श्री वाहिगुरु साहिब जीओ। कृपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। विसर नाही दातार, अपना नाम देहो। गुण गावा दिन रात, नानक चाओ एहो। सतनाम श्री वाहिगुरु साहिब जी के सर्बं कलीमै के परमं फहीमै के आकल अलामै के साहिब कलामै के सर्बं कलीमै के परमं फहीमै। परम सन्मानयोग गुरु रूप खालसा साध संगत जीओ, सनिमर फतेह प्रवान करो जी। वाहिगुरु जी का खालसा, वाहिगुरु जी की फतेह। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਚਵਰ ਛਤਰ ਤਖਤ ਦੇ ਮਾਲਕ ਗੁਰੂ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਧੰਨ ਬਾਬਾ ਜਵਾਹਰ ਦਾਸ ਜੀ ਮਹਾਰਾਜ ਵਿਖੇ ਹਾਜ਼ਰੀਆਂ ਭਰ ਕੇ ਆਪਣਾ ਅਮੋਲਕ ਸਮਾਂ ਸਫਲਾ ਕਰਨ ਦਾ ਯਤਨ ਕਰ ਰਹੇ ਹਾਂ। ਕਲਗੀਧਰ ਜੀ ਦੀ ਸ਼੍ਰੀ ਮੁਖ ਵਾਕ ਬਾਣੀ, ਜਿਸ ਦੀ ਕਥਾ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਸ਼ਰਵਣ ਕਰਦੇ ਆ ਰਹੇ ਹੋ, ਸਤਿਗੁਰੂ ਜੀ ਦੀ ਕਿਰਪਾ ਸਦਕਾ ਤਕਰੀਬਨ 119 ਪੌੜੀਆਂ ਤੱਕ ਕਥਾ ਸ੍ਰੀ ਜਾਪ ਸਾਹਿਬ ਜੀ ਦੀ ਹੋ ਚੁੱਕੀ ਹੈ। ਇਸ ਤੋਂ ਅੱਗੇ ਜਿਵੇਂ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਜੀ ਦੀ ਉਸਤਤ ਸਿਫਤ ਸਲਾਹ ਕਰਦੇ ਹਨ, ਆਓ ਬੜੇ ਪ੍ਰੇਮ ਦੇ ਨਾਲ ਆਪ ਸੰਗਤ ਸੁਣਨ ਦਾ ਯਤਨ ਕਰੋ। ਸਤਿਗੁਰੂ ਜੀ ਕਿਰਪਾ ਕਰਦੇ ਹੋਏ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਦੇ ਨੇ, ਔਰ ਸਿਫਤ ਕਰਦੇ ਹੋਏ ਪਵਿੱਤਰ ਉਚਾਰਨ ਕਰਦੇ ਨੇ ਕਿ ਸਰਬੰ ਕਲੀਮੈ। ਅਕਲੀਮ ਕਹਿੰਦੇ ਨੇ ਦੇਸ਼ ਨੂੰ, ਵਲੈਤ ਨੂੰ। ਪ੍ਰਿਥਵੀ ਦਾ ਕੋਈ ਵੀ ਹਿੱਸਾ, ਧਰਤੀ ਦਾ ਹਿੱਸਾ, ਕੋਈ ਦੇਸ਼ ਪ੍ਰਦੇਸ਼ ਵਲੈਤ, ਕੁਝ ਕਹਿ ਲਓ, ਬੜੇ ਨਾਂ ਨੇ। ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਆਪ ਜੋ ਸਰਬ ਵਲੈਤਾਂ ਦਾ ਸਰੂਪ ਹੋ, ਦੇਸਾਂ ਪ੍ਰਦੇਸਾਂ ਦਾ ਸਰੂਪ ਹੋ, ਵਲੈਤਾਂ ਰੂਪ ਆਪ ਹੀ ਪਰਮੇਸ਼ਰ ਹੈ। ਸੌਖਾ ਜਿਹਾ ਭਾਵ ਇਹ ਹੈ ਵੀ ਹਰ ਜਗ੍ਹਾ ਧਰਤੀ ਉੱਤੇ ਆਪ ਹੀ ਬੈਠਾ ਹੈ, ਹਰ ਜਗ੍ਹਾ ਤੇ ਆਪ ਹੀ ਹਾਜ਼ਰ ਹੈ। ਧਾਰਮਿਕ ਗ੍ਰੰਥਾਂ ਅੰਦਰ ਬੜਾ ਸੁੰਦਰ ਬਚਨ ਆਉਂਦਾ ਹੈ, ਜਿਵੇਂ ਈਸ਼ਾ ਵਾਸੋ ਉਪਨਿਸ਼ਦ ਦੇ ਵਿੱਚ ਪਹਿਲਾ ਮੰਤਰ ਆਉਂਦਾ ਹੈ, ईशा वासस्य इदम सर्वम
ਇਹ ਜੋ ਸਾਰਾ ਜਗਤ ਹੈ ਇਹ ਈਸ਼ਵਰ ਕਰਕੇ ਆਵਾਸ ਹੈ, ਢੱਕਿਆ ਹੋਇਆ ਹੈ, ਜਾਂ ਈਸ਼ਵਰ ਹੀ ਹਰ ਥਾਂ ਤੇ ਬੈਠਾ ਹੋਇਆ ਹੈ। ਇਹ ਬੜੀ ਵੱਡੀ ਸਾਧਨਾ ਮੰਨੀ ਗਈ ਇਸ ਗੱਲ ਦੀ ਵੀ ਹਰ ਜਗ੍ਹਾ ਵਾਹਿਗੁਰੂ ਪਰਮੇਸ਼ਰ ਜੀ ਨੂੰ ਹੀ ਦੇਖਣਾ। ਪਰ ਜਿਨ੍ਹਾਂ ਦੀ ਇਹ ਸਾਧਨਾ ਪੂਰੀ ਹੋ ਜਾਂਦੀ ਹੈ ਫਿਰ ਉਹਨਾਂ ਦਾ ਕਿਸੇ ਵੀ ਥਾਂ ਤੇ ਕੋਈ ਨੁਕਸਾਨ ਨਹੀਂ ਕਰ ਸਕਦਾ। ਜਿਨ੍ਹਾਂ ਦੀ ਇਹ ਸਾਧਨਾ ਪੂਰੀ ਹੋ ਜਾਂਦੀ ਨਾ ਵੀ ਹਰ ਥਾਂ ਤੇ ਵਾਹਿਗੁਰੂ ਹੀ ਹੈ, ਇਹ ਦ੍ਰਿਸ਼ਟੀ ਜਿਨ੍ਹਾਂ ਦੀ ਪੱਕੀ ਬਣ ਜਾਂਦੀ। ਭਾਈ ਗੁਰਦਾਸ ਸਾਹਿਬ ਜੀ ਨੇ ਬੜੀ ਸੁੰਦਰ ਉਦਾਹਰਨ ਦਿੱਤੀ ਹੈ ਭਗਤ ਪ੍ਰਹਿਲਾਦ ਜੀ ਦੀ ਆਪਣੀ ਬਾਣੀ ਵਿੱਚ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਨਾਂ ਦਾ ਬੜੀ ਵਾਰੀ ਜ਼ਿਕਰ ਆਇਆ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਕਹਿਣ ਮੁਤਾਬਕ ਭਗਤ ਪ੍ਰਹਿਲਾਦ ਜੀ ਜਿਹੜੇ ਨੇ ਇਹ ਬੜੇ ਵੱਡੇ ਪਰਮਾਤਮਾ ਦੇ ਭਗਤ ਹੋਏ ਨੇ, ਤੇ ਜਿੱਡੇ ਵੱਡੇ ਭਗਤ ਸੀ ਉਨੀ ਉਮਰ ਛੋਟੀ ਸੀ। ਇਹ ਕਮਾਲ ਦੀ ਗੱਲ ਹੈ ਵੀ ਉਮਰ ਬਹੁਤ ਛੋਟੀ ਤੇ ਭਗਤੀ ਬਹੁਤ ਵੱਡੀ। ਭਗਤ ਪ੍ਰਹਿਲਾਦ ਜੀ ਦੀ ਜਿਹੜੀ ਭਗਤੀ ਕਰਨ ਦਾ ਤਰੀਕਾ ਸੀ, ਉਹ ਰਾਮ ਨਾਮ ਦੀ ਭਗਤੀ ਕਰਦੇ ਸੀ, ਰਾਮ ਦਾ ਸਿਮਰਨ ਕਰਦੇ ਸੀ। ਪਰ ਉਹਨਾਂ ਦੇ ਸਿਮਰਨ ਕਰਨ ਦਾ ਇੱਕ ਫਰਕ ਸੀ, ਤਰੀਕਾ ਸੀ। ਉਹਨਾਂ ਦਾ ਸਿਮਰਨ ਇੱਕ ਵੱਖਰੇ ਤਰ੍ਹਾਂ ਦਾ ਸੀ। ਉਹ ਕਹਿੰਦੇ ਸੀ ਵੀ ਜਿਹੜਾ ਮੇਰਾ ਰਾਮ ਹੈ ਇਹ ਜਲ ਦੇ ਵਿੱਚ ਵੀ ਹੈ, ਥਲ ਦੇ ਵਿੱਚ ਵੀ ਹੈ, ਹਰ ਥਾਂ ਤੇ ਵਾਹਿਗੁਰੂ ਪਰਮੇਸ਼ਰ ਹੀ ਬੈਠਾ ਹੈ। ਕਿਉਂ ਹਰਨਾਕਸ਼ ਜਿਹੜਾ ਇਹਨਾਂ ਦਾ ਪਿਤਾ ਸੀ ਉਹ ਇਹ ਜਾਪ ਕਰਾਉਂਦਾ ਸੀ ਵੀ ਜਲੇ ਹਰਨਾਕਸ਼ ਥਲੇ ਹਰਨਾਕਸ਼, ਵੀ ਹਰ ਜਗ੍ਹਾ ਉੱਤੇ ਮੈਨੂੰ ਈਸ਼ਵਰ ਵਾਂਗ ਮੰਨਿਆ ਜਾਵੇ। ਭਗਤ ਜੀ ਇਹ ਸਿਮਰਨ ਕਰਦੇ ਸੀ ਵੀ ਜਲ ਵਿੱਚ ਵੀ ਪਰਮੇਸ਼ਰ ਹੈ, ਥਲ ਵਿੱਚ ਵੀ ਪਰਮੇਸ਼ਰ ਹੈ। ਕਹਿਣ ਤੋਂ ਭਾਵ ਵੀ ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਉਹ ਪ੍ਰਭੂ ਪਰਮੇਸ਼ਰ ਹਰ ਥਾਂ ਤੇ ਬੈਠਾ ਹੈ, ਹਰ ਜਗ੍ਹਾ ਤੇ ਬੈਠਾ ਹੋਇਆ ਹੈ। ਜਿਵੇਂ ਉਪਨਿਸ਼ਦਾਂ ਦੇ ਵਿੱਚ ਆਉਂਦਾ ਨਾ, ਤਦ ਅੰਤਰਸਯ ਸਰਵਸਯ, ਉਹ ਵਾਹਿਗੁਰੂ ਪਰਮੇਸ਼ਰ ਹਰੇਕ ਦੇ ਅੰਦਰ ਵੀ ਬੈਠਾ ਹੈ ਤੇ ਹਰ ਜਗ੍ਹਾ ਤੇ ਉਹ ਬਾਹਰ ਵੀ ਬੈਠਾ ਹੈ, ਹਰ ਥਾਂ ਤੇ ਹਾਜ਼ਰ ਹੈ। ਤਾਂ ਇਦਾਂ ਦੀ ਉਹਨਾਂ ਦੀ ਭਗਤੀ ਸੀ, ਉਪਾਸ਼ਨਾ ਸੀ। ਕਿਉਂ ਧਾਰਮਿਕ ਗ੍ਰੰਥਾਂ ਵਿੱਚ 12 ਭਗਤ ਮੰਨੇ, ਜਿਨ੍ਹਾਂ ਦੀ ਭਗਤੀ ਸਭ ਤੋਂ ਸ਼੍ਰੋਮਣੀ ਮੰਨੀ ਗਈ ਹੈ। ਉਹ 12 ਭਗਤਾਂ ਦੇ ਨਾਮ ਆਉਂਦੇ ਨੇ ਵਿਧੀ, ਸ਼ਿਵ, ਨਾਰਦ, ਸ਼ੁਕ, ਜਨਕ। ਸਨਕਾਦਿਕ ਪ੍ਰਹਿਲਾਦ, ਜਿਉਂ ਹਰੀ ਆਪਨ ਨਿਤ ਹੈ ਤਿਉਂ ਇਹ ਭਗਤ ਅਨਾਦ। ਜਿਵੇਂ ਪਰਮੇਸ਼ਰ ਨਹੀਂ ਨਾ ਮਰਨ ਵਾਲਾ, ਇੱਦਾਂ ਉਹਦੇ ਭਗਤ ਵੀ ਮਰਨ ਵਾਲੇ ਨਹੀਂ, ਉਹਦੇ ਸੰਤ ਵੀ ਮਰਨ ਵਾਲੇ ਨਹੀਂ। 12 ਭਗਤ ਮੰਨੇ ਨੇ ਜਿਹੜੇ ਪ੍ਰਮੁੱਖ ਨੇ। ਪਹਿਲਾ ਵਿਧੀ, ਦੂਜਾ ਭਗਵਾਨ ਸ਼ਿਵ, ਤੀਜਾ ਨਾਰਦ ਜੀ, ਚੌਥੇ ਸੁਖਦੇਵ ਮੁਨੀ ਜੀ, ਪੰਜਵੇਂ ਰਾਜਾ ਜਨਕ, ਤੇ ਛੇਵੇਂ ਸਨਕਾਦਿਕ, ਜਿਹੜੇ 4 ਭਾਈ ਹੋਏ ਨੇ। ਇੱਕ ਪ੍ਰਹਿਲਾਦ ਜੀ ਤੇ ਇੱਕ ਭਗਤ ਮੰਨਿਆ ਗਿਆ ਉਹਨਾਂ ਦਾ ਧਰਮਰਾਜ ਭਾਵ ਅਜਾਮਲ, ਜਿਹਦਾ ਪ੍ਰਸੰਗ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਅਜਾਮਲ ਪਾਪੀ ਦਾ ਆਉਂਦਾ ਹੈ। ਤਾਂ ਭਗਤ ਪ੍ਰਹਿਲਾਦ ਉਹਨਾਂ 12 ਭਗਤਾਂ ਦੇ ਵਿੱਚੋਂ ਆਉਂਦੇ ਨੇ ਜਿਹੜੇ ਪ੍ਰਮੁੱਖ ਮੰਨੇ ਗਏ ਨੇ। ਭਗਤ ਪ੍ਰਹਿਲਾਦ ਜੀ ਦੀ ਜਿਹੜੀ ਭਗਤੀ ਹੈ ਉਹ ਇਹੀ ਹੈ ਕਿ ਜਲ ਵਿੱਚ ਵੀ ਪਰਮੇਸ਼ਰ ਹੈ, ਥਲ ਵਿੱਚ ਵੀ ਪਰਮੇਸ਼ਰ ਹੈ, ਹਰ ਜਗ੍ਹਾ ਉੱਤੇ ਪਰਮੇਸ਼ਰ ਹੈ। ਇਹ ਇੱਥੋਂ ਹੀ ਖਿਜਿਆ ਉਹਨਾਂ ਦਾ ਪਿਤਾ। ਉਹ ਖੰਭਾ ਸੀ ਨਾ, ਥੰਮ ਸੀ,
ਤੇ ਇਹਨਾਂ ਦਾ ਪਿਤਾ ਕਹਿਣ ਲੱਗਾ ਫਿਰ ਤੇਰੇ ਹਿਸਾਬ ਨਾਲ ਇਸ ਥੰਮ 'ਚ ਵੀ ਪਰਮੇਸ਼ਰ ਆ? ਜਿੱਥੋਂ ਇਹਨਾਂ ਦੇ ਪਿਤਾ ਨੇ ਇਹਨਾਂ ਤੇ ਤਲਵਾਰ ਕੱਢੀ, ਖੜਗ ਕੱਢੀ ਇਹਨਾਂ ਦਾ ਸਿਰ ਲਾਉਣ ਵਾਸਤੇ, ਵੀ ਜੇ ਹਰ ਜਗ੍ਹਾ ਤੇ ਪਰਮੇਸ਼ਰ ਹੈ ਤਾਂ ਕੀ ਇਸ ਜਿਹੜਾ ਥੰਬ ਨੂੰ ਤਪਾਇਆ ਗਿਆ ਹੈ ਇਹਦੇ ਵਿੱਚ ਵੀ ਪਰਮੇਸ਼ਰ ਹੈ? ਤਾਂ ਭਗਤ ਜੀ ਕਹਿਣ ਲੱਗੇ ਵੀ ਉਹ ਤੇ ਸਮਰੱਥ ਆ ਤੇ ਸਰਵ ਵਿਆਪੀ ਆ, ਹਰ ਜਗ੍ਹਾ ਤੇ ਆ। ਤਾਂ ਇਹ ਪਾਗਲ ਹੋਇਆ, ਜਿਵੇਂ ਕ੍ਰੋਧ ਬੰਦੇ ਨੂੰ ਪਾਗਲ ਕਰ ਦਿੰਦਾ ਨਾ, ਫਿਰ ਇਹ ਪਾਗਲ ਹੋਇਆ ਜਿਹੜਾ ਉਹ ਪਿੱਲਰ ਸੀ ਨਾ, ਉਹਨੂੰ ਇੱਕ ਸੁੰਨ ਮਾਰਨ ਲੱਗ ਪਿਆ। ਜਿਵੇਂ ਬੰਦਾ ਪਾਗਲ ਹੋ ਜਾਂਦਾ, ਉਹਨੂੰ ਫਿਰ ਪਤਾ ਨਹੀਂ ਲੱਗਦਾ, ਹਰਨਾਕਸ਼ ਇੰਨਾ ਕ੍ਰੋਧ ਚੜਿਆ ਵੀ ਪਾਗਲ ਹੀ ਹੋ ਗਿਆ। ਤੇ ਕ੍ਰੋਧ ਦੇ ਵਿੱਚ ਆਇਆ, ਉਹ ਖੰਭੇ ਦੇ ਹੀ ਮਾਰਨ ਲੱਗ ਪਿਆ ਵੀ ਦੱਸ ਕਿੱਥੇ ਤੇਰਾ ਪਰਮੇਸ਼ਰ। ਤਾਂ ਜਦੋਂ ਇਹਨੇ ਖੰਭੇ ਦੇ ਉੱਤੇ ਵਾਰ ਕਰਨੇ ਸ਼ੁਰੂ ਕੀਤੇ ਤਾਂ ਕਹਿੰਦੇ ਬੜੀ ਭਿਆਨਕ, ਬੜੀ ਤੇਜ਼ ਉਸ ਖੰਭੇ ਵਿੱਚੋਂ ਆਵਾਜ਼ ਨਿਕਲੀ ਤੇ ਬੜਾ ਪ੍ਰਕਾਸ਼ ਤੇ ਬੜਾ ਭਿਆਨਕ, ਮਹਾ ਭਿਆਨਕ, ਜਿਹਦੇ ਚਿਹਰੇ ਦਾ ਨੂਰ ਬਹੁਤ ਜ਼ਿਆਦਾ ਹੈ, ਇੱਕ ਸਰੂਪ, ਇੱਕ ਮੂਰਤੀ ਨਿਕਲੀ, ਜਿਹਨੂੰ ਦੇਖਣ ਤੋਂ ਪਤਾ ਨਹੀਂ ਲੱਗਦਾ ਵੀ ਇਹ ਬੰਦੇ ਦੀ ਇਹ ਸਰੀਰ ਹੈ ਕਿ ਪਸ਼ੂ ਦਾ ਸਰੀਰ ਹੈ, ਜਿਹਨੂੰ ਨਰਸਿੰਘ ਅਵਤਾਰ ਕਹਿੰਦੇ ਹਨ। ਤਾਂ ਅੱਗੇ ਆਪ ਜੀ ਪ੍ਰਸੰਗ ਸਾਰਾ ਜਾਣਦੇ ਹੋ। ਤਾਂ ਭਗਤ ਜੀ ਦੀ ਪਰਖ ਵੀ ਹੋਈ, ਉਹਨਾਂ ਨੂੰ ਸਜ਼ਾ ਮਾਰਨ ਤੋਂ ਪਹਿਲਾਂ ਪ੍ਰਹਿਲਾਦ ਜੀ ਨੂੰ ਵੀ ਜੇ ਜਲ ਦੇ ਵਿੱਚ ਤੇਰਾ ਰਾਮ ਹੈ ਤੇ ਫਿਰ ਵੇਖ ਲੈਨੇ ਆ। ਤਾਂ ਉਹਨਾਂ ਨੂੰ ਲੱਤਾਂ ਬਾਹਾਂ ਬੰਨ੍ਹ ਕੇ ਜਲ 'ਚ ਸੁੱਟਤਾ, ਤਾਂ ਉਹ ਜਲ ਵਿੱਚ ਵੀ ਨਾ ਡੁੱਬੇ, ਕਿਉਂ? ਉਹਨਾਂ ਦੀ ਭਗਤੀ ਸੱਚੀ ਸੀ, ਉਹ ਨਿਰੀਆਂ ਗੱਲਾਂ ਨਹੀਂ ਸੀ ਕਰਦੇ। ਉਹਨਾਂ ਨੂੰ ਵਾਕਿਆ ਪਾਣੀ ਵਿੱਚ ਵੀ ਪਰਮੇਸ਼ਰ ਹੀ ਦਿਖਦਾ ਸੀ। ਫਿਰ ਉਹਨਾਂ ਨੂੰ ਅੱਗ ਦੇ ਵਿੱਚ ਸਾੜਨ ਵਾਸਤੇ ਬੜਾ ਯਤਨ ਕੀਤਾ ਤੇ ਭਾਈ ਸਾਹਿਬ ਜੀ ਨੇ ਵੀ ਲਿਖਿਆ ਹੈ, ਜਲੇ ਨਾ ਡੁੱਬੇ ਗੁਰ ਪ੍ਰਸਾਦ, ਨਾ ਉਹ ਸੜੇ ਤੇ ਨਾ ਉਹ ਡੁੱਬੇ। ਫਿਰ ਹਾਥੀਆਂ ਦੇ ਅੱਗੇ ਉਹਨਾਂ ਨੂੰ ਸੁੱਟਿਆ ਗਿਆ, ਫਿਰ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ, ਪਰ ਉਹਨਾਂ ਦਾ ਵਾਲ ਵਿੰਗਾ ਬਣਾ ਹੋਇਆ। ਤਾਂ ਫਿਰ ਕ੍ਰੋਧ ਨਾਲ ਪਾਗਲ ਹੋਇਆ ਹਰਨਾਕਸ਼, ਤਲਵਾਰਾਂ ਕਦੀ ਇੱਧਰ ਮਾਰੇ ਕਦੀ ਉੱਧਰ ਮਾਰੇ, ਦੱਸ ਕਿੱਥੇ ਆ ਤੇਰਾ ਰਾਮ, ਕਿੱਥੇ ਆ ਤੇਰਾ? ਅੱਜ ਕੱਲ ਕਈ ਲੋਕ ਸਵਾਲ ਕਰਦੇ ਨਾ ਰੱਬ ਕਿੱਥੇ ਆ, ਉੱਦਾਂ ਹੀ ਹਰਨਾਕਸ਼ ਨੇ ਕੀਤੇ ਫਿਰ। ਤਾਂ ਜਿਹੜੀ ਭਗਤ ਪ੍ਰਹਿਲਾਦ ਦੀ ਸਾਧਨਾ ਸੀ ਉਹ ਇਹ ਸੀ ਵੀ ਹਰ ਜਗ੍ਹਾ ਤੇ ਪਰਮੇਸ਼ਰ ਹੀ ਹੈ। ਤਾਂ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸਰਬੰ ਕਲੀਮੇ ਅਕਲੀਮ, ਸ਼ਬਦ ਕੀ ਹੈ? ਅਕਲੀਮ, ਮੈਨੇ ਸਾਰੀਆਂ ਵਲੈਤਾਂ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਜੀ ਆਪ ਹੀ ਬੈਠੇ ਹੋਏ ਨੇ, ਉਹਨਾਂ ਤੋਂ ਬਿਨਾ ਹੋਰ ਕੋਈ ਨਹੀਂ। ਜਾਂ ਫਿਰ ਕਿ ਸਰਬੰ ਕਲੀਮੇ, ਸਾਰੀਆਂ ਵਲੈਤਾਂ ਦਾ ਇੱਕੋ ਇੱਕ ਬਾਦਸ਼ਾਹ ਹੈ। ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ ਜੀ ਦੀ ਇੱਛਾ ਅਨੁਸਾਰ ਸਾਰੇ ਕਾਰਜ ਹੁੰਦੇ ਨੇ। ਤਾਂ ਮਹਾਰਾਜ ਫਰਮਾਉਂਦੇ ਹਨ ਕਿ ਪਰਮੰ ਫਹੀਮੈ, ਹੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਜੋ ਆਪ ਪਰਮੰਗ ਬਹੁਤ ਵੱਡੇ, ਉਤਕ੍ਰਿਸ਼ਟ, ਸਭ ਤੋਂ ਉੱਚੇ, ਫਹੀਮ ਬੁੱਧੀ ਵਾਲੇ ਹੋ। ਫਹੀਮ ਕਹਿੰਦੇ ਬੁੱਧੀ ਨੂੰ, ਭਾਵ ਅਰਥ ਬੜੇ ਨੇ, ਗਿਆਨ ਵਾਲੇ ਹੋ, ਦਾਨੇ ਹੋ, ਸਿਆਣੇ ਹੋ, ਸਮਝਦਾਰ ਹੋ। ਆਪ ਜੀ ਤੋਂ ਵੱਡਾ ਕੋਈ ਵੀ ਗਿਆਨ ਵਾਲਾ ਨਹੀਂ। ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮਹਾਰਾਜ ਤੋਂ ਵੱਡਾ ਕੋਈ ਗਿਆਨ ਵਾਲਾ ਨਹੀਂ। ਜਿਹੜੇ ਮਹਾਰਾਜ ਦੇ ਪਿਆਰੇ ਨੇ, ਪਰਮੇਸ਼ਰ ਦੇ ਪਿਆਰੇ ਨੇ,
ਉਹਨਾਂ ਨੂੰ ਨਹੀਂ ਕੋਈ ਠੱਗ ਸਕਦਾ, ਉਹਨਾਂ ਨੂੰ ਵੀ ਨਹੀਂ ਕੋਈ ਜਿੱਤ ਸਕਦਾ ਹੈ। ਤੇ ਪ੍ਰਮਾਤਮਾ ਕਿੱਡੇ ਇੱਕ ਵੱਡੇ ਗਿਆਨ ਵਾਲਾ ਹੋਵੇਗਾ। ਜਾਂ ਫਿਰ ਭਾਵ ਅਰਥ ਹੋਇਆ ਚੇਤੇ ਵਾਲਾ। हे ਅਕਾਲ ਪੁਰਖ ਜੀ, ਸਭ ਤੋਂ ਵੱਡਾ ਚੇਤਾ ਯਾਦਾਸ਼ ਉਹ ਆਪ ਜੀ ਦੀ ਹੈ। ਕਿਸੇ ਨੂੰ ਵੀ ਤੁਸੀਂ ਭੁਲਾਉਂਦੇ ਨਹੀਂ, ਸਭ ਦੀ ਸਾਰ ਸੰਭਾਲ ਰੱਖਦੇ ਹੋ। ਹੁਣ 84 ਲੱਖ ਜੂਨੀਆਂ ਮੰਨੀਆਂ ਗਈਆਂ ਨੇ, 6-7 ਅਰਬ ਦੁਨੀਆ ਦੀ ਗਿਣਤੀ ਹੈ। ਹਰੇਕ ਦਾ ਧਿਆਨ, ਹਰੇਕ ਦਾ ਖਿਆਲ, ਹਰੇਕ ਨੂੰ ਰੋਜੀ ਰਿਜ਼ਕ ਦੇਣਾ, ਹਰੇਕ ਦੇ ਕਰਮਾਂ ਦਾ ਹਿਸਾਬ। ਇਸੇ ਕਰਕੇ ਮਹਾਰਾਜ ਕਹਿੰਦੇ ਨਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ। ਚੀਰਾ ਕਹਿੰਦੇ ਦਫ਼ਤਰ ਨੂੰ, ਹਿਸਾਬ ਨੂੰ। ਕਿਸੇ ਨੂੰ ਨਹੀਂ ਪਤਾ ਕਿੱਡਾ ਵੱਡਾ ਤੇਰਾ ਹਿਸਾਬ ਕਿਤਾਬ ਹੈ। ਪਰਮਾਤਮਾ ਕਿਸੇ ਨੂੰ ਵੀ ਨਹੀਂ ਭੁਲਾਉਂਦਾ। ਤਾਂ ਮਹਾਰਾਜ ਕਹਿੰਦੇ ਸਭ ਤੋਂ ਵੱਡੇ ਚੇਤੇ ਵਾਲਾ ਕੌਣ ਹੈ? ਵਾਹਿਗੁਰੂ ਪਰਮੇਸ਼ਰ ਜੀ ਹਨ। ਤਾਂ ਸਤਿਗੁਰੂ ਫਰਮਾਉਂਦੇ ਹਨ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ। ਅਕਲ ਅਰਬੀ ਦਾ ਸ਼ਬਦ ਹੈ, ਮੈਨੇ ਅਕਲ ਵਾਲਾ, ਬੁੱਧੀਮਾਨ। ਅਲਾਮੈ ਵੀ ਅਰਬੀ ਦਾ ਸ਼ਬਦ ਹੈ। ਅਲਾਮ ਮੈਨੇ ਬਹੁਤਾ ਹੁਸ਼ਿਆਰ, ਬਹੁਤਾ ਚਤਰ। हे ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਜੋ ਆਪ ਅਕਲ ਵਾਲੇ ਹੋ, ਸੂਝ ਵਾਲੇ ਹੋ, ਤੇ ਅਲਾਮੇ ਬਹੁਤੇ ਚਤਰ ਹੋ। ਅਕਲ ਕਾਹਦੇ ਵਾਸਤੇ ਹੁੰਦੀ ਹੈ? ਚੰਗੇ ਤੇ ਮਾੜੇ ਦੀ ਪਰਖ ਕਰਨ ਵਾਸਤੇ। ਚਤੁਰਤਾ ਕਾਹਦੇ ਵਾਸਤੇ ਹੁੰਦੀ ਹੈ? ਵੀ ਕੋਈ ਧੋਖਾ ਨਾ ਦਵੇ। ਜਿਵੇਂ ਮਹਾਰਾਜ ਕਹਿੰਦੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਵਨ ਵਾਹੇ। ਕਈ ਸੱਜਣ ਇਹਨਾਂ ਤੁਕਾਂ ਦਾ ਅਰਥ ਨਾ ਆਪਣੇ ਸੰਤਾਂ ਉੱਤੇ ਲਾ ਲੈਂਦੇ ਨੇ, ਪਰ ਇੱਥੇ ਤੇ ਮਹਾਰਾਜ ਕਹਿੰਦੇ ਆ ਵੀ ਉਹ ਕਾਮ ਕ੍ਰੋਧ ਵਿੱਚ ਨਹੀਂ ਠੱਗੇ ਜਾਂਦੇ। ਤੇ ਐਸੀ ਪਦਵੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਉੱਤੇ ਮੌਤ ਦਾ, ਬੁਢੇਪੇ ਦਾ ਕੋਈ ਅਸਰ ਨਹੀਂ। ਇੱਕ ਸੱਜਣ ਕਹਿੰਦਾ, ਸਾਡੇ ਮਹਾਂਪੁਰਸ਼ ਬ੍ਰਹਮ ਗਿਆਨੀ ਸੀ। ਦੂਜਾ ਸੱਜਣ ਕਹਿੰਦਾ, ਫਿਰ ਉਹਨਾਂ ਦੀਆਂ ਜੇਬਾਂ 'ਚੋਂ ਪੈਸੇ ਕਿੱਦਾਂ ਕੱਢ ਲੈਂਦੇ ਸੀ। ਹੁਣ ਇਹ ਦੋਵੇਂ ਗੱਲਾਂ ਦੇਖੋ ਕਿੱਦਾਂ ਦੀਆਂ ਨੇ। ਵੀ ਬ੍ਰਹਮ ਗਿਆਨ ਦਾ ਜੇਬਾਂ 'ਚੋਂ ਪੈਸੇ ਨਿਕਲਣ ਨਾਲ ਕੀ ਮਤਲਬ? ਬਈ ਬ੍ਰਹਮ ਗਿਆਨ ਦਾ ਤੇ ਮਤਲਬ ਹੈ, ਨਾ ਉਹ ਮਰੇ ਨਾ ਠਾਗੇ ਜਾਹੇ। ਜਿਹੜੇ ਕਾਮ ਕ੍ਰੋਧ ਤੋਂ ਨਹੀਂ ਠੱਗੇ ਗਏ, ਉਹ 10-10 ਰੁਪਈਏ ਬਦਲੇ ਉਹਨਾਂ ਜੇਬਾਂ 'ਚ ਹੱਥ ਪਾ ਛੱਡਣੇ ਆ। 10 ਰੁਪਈਆਂ ਦਾ ਉਹਨਾਂ ਧਿਆਨ ਰੱਖਣਾ। ਉਹ ਕੀ ਸਮਝਦੇ ਇਸ ਪੈਸੇ ਨੂੰ? ਤਾਂ ਅਕਲ ਵਾਲਾ ਮੈਨੇ, ਜਿਹਨੂੰ ਚੰਗੇ ਮਾੜੇ ਦੀ ਪਰਖ ਹੈ, ਚਤੁਰ ਜਿਹੜਾ ਧੋਖਾ ਨਹੀਂ ਖਾਂਦਾ, ਵਕਾਰਾਂ ਤੋਂ ਜਿੱਤਿਆ ਨਹੀਂ ਜਾਂਦਾ ਹੈ, ਜਿਹਦੇ ਉੱਤੇ ਕਾਮ ਕ੍ਰੋਧ ਮੋਹ ਦਾ ਅਸਰ ਨਹੀਂ ਪੈਂਦਾ। ਸੰਤ ਅਤਰ ਸਿੰਘ ਜੀ ਮਹਾਰਾਜ ਜਿਹੜੇ ਮਸਤੂਆਣੇ ਵਾਲੇ ਸਨ, ਇਹਨਾਂ ਨੇ ਬਹੁਤ ਜ਼ਿਆਦਾ ਭਗਤੀ ਵਾਹਿਗੁਰੂ ਪਰਮੇਸ਼ਰ ਦੀ ਕੀਤੀ। ਮਹਾਰਾਜ ਨੇ ਕੋਈ ਪਿਛਲਾ ਸੰਬੰਧ ਹੋਵੇਗਾ ਇਹਨਾਂ ਤੋਂ ਕਰਵਾਈ। ਇਹਨਾਂ ਦਾ ਪ੍ਰਭਾਵ ਇਦਾਂ ਦਾ ਸੀ, ਇਹਨਾਂ ਦਾ ਅਸਰ ਹੀ ਇਦਾਂ ਦਾ ਸੀ, ਭਾਵੇਂ ਕਿ ਸ਼੍ਰੀਮਾਨ ਬਾਬਾ ਖੇਮ ਸਿੰਘ ਜੀ ਬੇਦੀ ਸਾਹਿਬਜ਼ਾਦੇ, ਜਿਹੜੇ ਬੇਦੀ ਸਾਹਿਬ ਸਨ, ਉਹ ਬੜੇ ਵੱਡੇ ਰਾਜ ਰਿਸ਼ੀ ਸਨ। ਅੰਗਰੇਜ਼ਾਂ ਨੇ ਬੜੀ ਵਾਰੀ ਉਹਨਾਂ ਦੀ ਪਰਖ ਵੀ ਕੀਤੀ। ਬਾਬਾ ਖੇਮ ਸਿੰਘ ਜੀ ਬੇਦੀ ਰਾਜ ਰਿਸ਼ੀ ਹੋਣ ਕਰਕੇ ਨਾ ਸ਼ਿਕਾਰ ਖੇਡਣ ਤੇ ਬੜੇ ਆਦੀ ਸਨ।
ਤੇ ਹਰ ਰੋਜ਼ ਝਟਕਾ ਕਰਕੇ ਰਾਤ ਨੂੰ ਖਾਂਦੇ ਸਨ। ਜਿਹੜੇ ਬਾਬਾ ਖੇਮ ਸਿੰਘ ਜੀ ਬੇਦੀ ਸਨ, ਬੇਦੀ ਸਾਹਿਬਜ਼ਾਦੇ ਸਨ, ਗੁਰੂ ਨਾਨਕ ਦੇਵ ਸਾਹਿਬ ਦੀ ਅੰਸ਼ ਬੰਸ। ਜਦੋਂ ਇਹਨਾਂ ਨੇ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਕੀਤੇ, ਕਿਉਂ ਇਹਨਾਂ ਦੀ ਬਹੁਤ ਚੜ੍ਹਾਈ ਸੀ। ਸੰਤ ਅਤਰ ਸਿੰਘ ਜੀ ਮਸਤੂਆਣਿਆਂ ਵਾਲੇ ਤੋਂ ਪਹਿਲਾਂ ਜੇ ਕਿਸੇ ਦੀ ਸਾਰੇ ਸਿੱਖਾਂ ਚੜ੍ਹਾਈ ਸੀ ਤੇ ਬਾਬਾ ਖੇਮ ਸਿੰਘ ਬੇਦੀ, ਹਰ ਪਿੰਡ 'ਚ ਉਹਨਾਂ ਦੀ ਪੂਜਾ ਹੁੰਦੀ ਸੀ, ਸਤਿਕਾਰ ਹੁੰਦਾ ਸੀ। ਤੇ ਜਦੋਂ ਸੰਤ ਅਤਰ ਸਿੰਘ ਜੀ ਦੇ ਉਹਨਾਂ ਨੇ ਦਰਸ਼ਨ ਕੀਤੇ ਤਾਂ ਸੰਤ ਅਤਰ ਸਿੰਘ ਜੀ ਨੂੰ ਪ੍ਰਸ਼ਾਦੇ ਤੇ ਸੱਦਿਆ, ਬੇਨਤੀ ਕੀਤੀ ਵੀ ਪ੍ਰਸ਼ਾਦਾ ਸਾਡੇ ਵੱਲ। ਤਾਂ ਸੰਤ ਅਤਰ ਸਿੰਘ ਜੀ ਜਾਣੀ ਜਾਣ ਸਨ, ਤਾਂ ਹੱਸ ਕੇ ਕਹਿਣ ਲੱਗੇ, ਮਹਾਰਾਜ ਅੱਜ ਫਿਰ ਆਪਣੀ ਖੁਰਾਕ ਨਹੀਂ ਬਣਾਈ ਤੁਸੀਂ, ਵੀ ਤੁਸੀਂ ਤੇ ਕਹਿੰਦੇ ਨਿਯਮ ਛੱਡਦੇ ਹੀ ਨਹੀਂ, ਹਰ ਰੋਜ਼ ਸ਼ਿਕਾਰ ਕਰਕੇ ਖਾਣਾ। ਇਹੋ ਜਿਹਾ ਸੁਭਾਅ ਬੇਦੀ ਸਾਹਿਬਜ਼ਾਦਿਆਂ ਦਾ। ਤਾਂ ਉਹਨਾਂ ਨੇ ਹੱਥ ਜੋੜ ਕੇ ਕੀ ਆਖਿਆ, ਬਾਬਾ ਖੇਮ ਸਿੰਘ ਜੀ ਭਾਵੇਂ ਉਮਰ 'ਚ ਵੱਡੇ ਸੀ, ਸੰਤ ਅਤਰ ਸਿੰਘ ਜੀ ਤੇ ਅਜੇ ਜਵਾਨੀ ਦੀ ਉਮਰ ਸੀ, ਪਰ ਉਹਨਾਂ ਨੇ ਆਖਿਆ ਸੰਤਾਂ ਦਾ ਪ੍ਰੇਮ ਲੈਣ ਵਾਸਤੇ ਅੱਜ ਫਿਰ ਝੜਕਾ ਛੱਡਤਾ, ਬੱਕਰਾ ਛੱਡਤਾ, ਸੰਤਾਂ ਦਾ ਪ੍ਰੇਮ ਲੈਣ ਵਾਸਤੇ। ਤਾਂ ਸੰਤ ਅਤਰ ਸਿੰਘ ਜੀ ਦਾ ਇਹੋ ਜਿਹਾ ਦਰਸ਼ਨ ਸੀ, ਇਹੋ ਜਿਹੀ ਸਿਫਤ ਸੀ, ਇਹੋ ਜਿਹੀ ਭਗਤੀ ਸੀ ਕਿ ਬਾਬਾ ਖੇਮ ਸਿੰਘ ਬੇਦੀ ਵੀ ਉਹਨਾਂ ਦਾ ਸਤਿਕਾਰ ਕਰਦੇ ਸੀ, ਭਾਵੇਂ ਉਮਰ 'ਚ ਬੜੇ ਵੱਡੇ ਸੀ। ਚਲੋ ਸੰਤ ਬੰਦਗੀ ਕਰਦੇ ਹੋਏ ਜਦੋਂ ਵਾਪਸ ਆਏ ਤਾਂ ਮਾਤਾ ਕਹਿਣ ਤੋਂ ਭਾਵ ਵੀ ਉਹਨਾਂ ਨੂੰ ਕੋਈ ਮੋਹ 'ਚ ਨਹੀਂ ਫਸਾ ਸਕਦਾ। ਤਾਂ ਸੰਤਾਂ ਦੇ ਮਾਤਾ ਜੀ ਮਾਤਾ ਭੋਲੀ, ਉਹਨਾਂ ਨੇ ਆਖਿਆ ਵੀ ਤੁਹਾਨੂੰ ਚਿੱਠੀ ਪਾਈ ਸੀ, ਤੁਹਾਡੇ ਪਿਤਾ ਜੀ ਗੁਜ਼ਰ ਗਏ, ਤੁਸੀਂ ਆਏ ਨਹੀਂ। ਸੰਤ ਕਹਿੰਦੇ ਪਿਤਾ ਜੀ ਦੀ ਕਿਰਪਾ ਨਾਲ ਹੀ ਤੇ ਭਗਤੀ ਹੋਈ, ਬੰਦਗੀ ਹੋਈ, ਮਨ ਤੇ ਸੱਟ ਲੱਗੀ ਵੀ ਦੁਨੀਆ ਝੂਠੀ ਹੈ, 4 ਦਿਨਾਂ ਦੀ ਖੇਡ ਹੈ, ਭਗਤੀ ਕਰੀਏ। ਤਾਂ ਮਾਤਾ ਭੋਲੀ ਨੇ ਬਚਨ ਕੀਤਾ ਵੀ ਹੁਣ ਤੁਸੀਂ ਮੇਰੀ ਨਿਗਾਹ ਦੇ ਸਾਹਮਣੇ ਰਹੋ, ਬਸ ਕਿਤੇ ਨਹੀਂ ਜਾਣਾ। ਕਹਿੰਦੇ 7 ਵਚਨ। ਹੁਣ ਸੰਤ ਸੋਚੀ ਪੈ ਗਏ ਵੀ ਮਹਾਰਾਜ ਨੇ ਸਾਨੂੰ ਪ੍ਰਚਾਰ ਕਰਨ ਦਾ ਹੁਕਮ ਕੀਤਾ ਵਾ, ਮਾਤਾ ਕਹਿੰਦੀ ਜਾਣਾ ਕਿਤੇ ਨਹੀਂ, ਸਾਹਮਣੇ ਰਹੋ। ਜਿਹੜੇ ਸੰਤ ਹੁੰਦੇ ਨਾ, ਸੰਤ ਜਿਵੇਂ ਕਬੀਰ ਸਾਹਿਬ ਕਹਿੰਦੇ, ਕਬੀਰ ਚਤੁਰਾਈ ਅਤ ਘਨੀ। ਕੀ ਵਿਚਾਰ ਆਉਂਦੀ ਆ ਵੀ ਸੂਲੀ ਉੱਪਰ ਖੇਲ ਨਾ ਗਿਰੇ ਤਾਂ ਠਾਹਰ ਨਾ ਹੈ। ਸੰਤਾਂ ਨੂੰ ਕੋਈ ਠੱਗ ਨਹੀਂ ਸਕਦਾ, ਸੰਤਾਂ ਨੂੰ ਕੋਈ ਜਿੱਤ ਨਹੀਂ ਸਕਦਾ। ਕਹਿੰਦੇ ਨਾ ਵੀ ਸਭ ਤੋਂ ਤਿੱਖਾ ਦਿਮਾਗ ਬਾਣੀਏ ਦਾ ਹੁੰਦਾ ਹੈ, ਜਾਂ ਸੁਨਿਆਰੇ ਦਾ ਹੁੰਦਾ ਹੈ, ਜਾਂ ਇਹਦਾ ਹੁੰਦਾ ਹੈ, ਜਾਂ ਇਹਦਾ ਹੁੰਦਾ ਹੈ। ਫਿਰ ਵਜ਼ੀਰ ਆ ਜਾਂਦੇ ਨੇ ਰਾਜੇ ਦੇ, ਫਿਰ ਰਾਜਾ ਸਭ ਤੋਂ ਤਿੱਖਾ ਮੰਨਿਆ ਜਾਂਦਾ ਹੈ, ਸਭ ਤੋਂ ਤੇਜ਼ ਤਰਾਰ। ਵੈਸੇ ਅਨਪੜ੍ਹ ਬੰਦੇ ਵੀ ਬੜੇ ਤਿੱਖੇ ਮੰਨੇ ਗਏ। ਜਿਵੇਂ ਅੰਗਰੇਜ਼ੀ ਦੀ ਇੱਕ ਉਦਾਹਰਣ ਆਉਂਦੀ ਨਾ, ਵੀ ਜਿਹੜੇ ਵਿਦਵਾਨ ਨੇ ਉਹ ਤਾਂ ਸ਼ੰਕੇ 'ਚ ਹੀ ਪਏ ਰਹਿੰਦੇ ਕਿ ਉਹਨਾਂ ਹਰ ਪੱਖ ਪੜ੍ਹਿਆ ਹੁੰਦਾ, ਪਰ ਜਿਹੜੇ ਮੂਰਖ ਹੁੰਦੇ ਨਾ, ਇਹਨਾਂ ਦਾ ਵਿਸ਼ਵਾਸ ਹੀ ਬਹੁਤ ਹੁੰਦਾ। ਇਹਨਾਂ ਜਿਹੜੀ ਗੱਲ ਸੁਣ ਲਈ ਬਸ ਉੱਥੇ ਹੀ ਇਹਨਾਂ ਦੇ ਸੂਈ ਅੜ ਜਾਂਦੀ ਹੈ, ਉੱਥੋਂ ਨਹੀਂ ਤੁਰਦੀ ਬਾਅਦ ਅੱਗੇ। ਕਹਿੰਦੇ ਮੂਰਖ 'ਚ ਕੌਨਫੀਡੈਂਸ ਜ਼ਿਆਦਾ ਹੁੰਦਾ, ਇਸ ਕਰਕੇ ਮੂਰਖ ਵਿਦਵਾਨ ਤੋਂ ਜਿੱਤ ਜਾਂਦਾ। ਹੁਣ ਵਿਦਵਾਨ ਨੇ ਸਾਰੇ ਪੱਖ ਹੀ ਪੜ੍ਹੇ ਹੁੰਦੇ ਆ, ਹਾਂ ਪੱਖ ਵੀ ਉਹਨੇ ਖੰਡਨ ਵੀ ਪੜ੍ਹਿਆ, ਮੰਡਨ ਵੀ ਪੜ੍ਹਿਆ, ਹਾਂ ਪੱਖੀ ਵੀ ਪੜ੍ਹੇ, ਨਾ ਪੱਖੀ ਵੀ ਪੜ੍ਹੇ। ਪਰ ਜਿਹੜੇ ਮੂਰਖ ਹੁੰਦੇ ਨੇ ਉਹ ਜਿੱਥੇ ਉਹਨਾਂ ਦੀ ਸੂਈ ਅੜੀ ਬਸ ਅੜ ਗਈ ਉੱਥੇ ਸੂਈ। ਜਿਵੇਂ ਰਾਜਾ ਬਹੁਤ ਤਿੱਖਾ ਹੁੰਦਾ। ਹੁਣ ਦੇਖ ਲਓ, ਆਪਾਂ ਜਿੰਨੇ ਮਰਜ਼ੀ ਆਪਦੇ ਨਿਆਣੇ ਪੜ੍ਹਾ ਲਈਏ, ਉੱਦਾਂ ਇਹਨਾਂ ਨੇ ਸਰਕਾਰ ਨੇ ਕੀ ਕੀਤਾ ਜੀ, ਜਿਹੜਾ 8ਵੀਂ ਪਾਸ ਆ ਉਹਨੂੰ ਹੀ ਅਸੀਂ ਨੌਕਰੀ ਦੇਣੀ, ਜਿਹੜਾ 10ਵੀਂ ਪਾਸ ਆ ਉਹਨੂੰ ਹੀ ਨੌਕਰੀ ਦੇਣੀ, ਜਿਹੜਾ 12ਵੀਂ ਪਾਸ ਆ ਉਹਨੂੰ ਹੀ ਨੌਕਰੀ ਦੇਣੀ। ਤੇ ਜਦੋਂ ਮੰਤਰੀ ਬਣਾਉਣ ਲੱਗਦੇ ਉਦੋਂ ਅਨਪੜ੍ਹ ਨੂੰ ਬਣਾ ਦਿੰਦੇ ਫੜ ਕੇ। ਆਪਾਂ ਜਿੰਨੇ ਮਰਜ਼ੀ ਨਿਆਣੇ ਪੜ੍ਹਾ ਲਈਏ ਵੋਟਾਂ ਤੇ ਫਿਰ ਇਹਨਾਂ ਅਨਪੜ੍ਹ ਟੋਲੇ ਨੂੰ ਹੀ ਪਾਉਣੀਆਂ, ਜਿਨ੍ਹਾਂ ਨੂੰ ਲੁੱਟਣ ਤੋਂ ਬਿਨਾਂ ਕੋਈ ਕੰਮ ਨਹੀਂ।
ਪੈਸੇ ਕਮਾਉਣ ਤੋਂ ਬਿਨਾਂ ਕੁਝ ਵੀ ਨਹੀਂ। ਤਾਂ ਰਾਜਾ ਬੜਾ ਚਤਰ ਮੰਨਿਆ ਗਿਆ ਹੈ, ਪਰ 100 ਰਾਜਾ ਇੱਕ ਪਾਸੇ ਹੋਵੇ ਤੇ ਵਾਹਿਗੁਰੂ ਦਾ ਭਗਤ ਇੱਕ ਪਾਸੇ ਹੋਵੇ, ਇੰਨਾ ਚਤਰ ਮੰਨਿਆ ਜਾਂਦਾ। ਕਿਉਂ? ਉਹਨੇ ਉਹ ਕੰਮ ਕਰ ਲਿਆ ਜਿਹੜਾ ਕਿਸੇ ਤੋਂ ਵੀ ਨਹੀਂ ਹੋਇਆ, ਕਿ ਰੱਬ ਦੀ ਭਗਤੀ ਤੇ ਮਨ ਨੂੰ ਉਹਨੇ ਜਿੱਤ ਲਿਆ ਹੈ। ਮਨ ਨੂੰ ਜਿੱਤਣਾ ਸਭ ਤੋਂ ਔਖਾ ਕਠਿਨ ਹੈ। ਤਾਂ ਸੰਤਾਂ ਸੋਚਿਆ ਵੀ ਮਾਂ ਕਹਿੰਦੀ ਹੈ, ਮਾਤਾ ਕਹਿੰਦੀ ਹੈ, ਬਚਨ ਨਹੀਂ ਮੋੜ ਸਕਦੇ, ਵੀ ਜਾਣਾ ਕਿਤੇ ਨਹੀਂ। ਮਹਾਰਾਜ ਕਹਿੰਦੇ ਪ੍ਰਚਾਰ ਕਰੋ, ਚੰਗੀ ਹੋਈ। ਮਾਂ ਦਾ ਬਚਨ ਵੀ ਨਹੀਂ ਮੋੜ ਸਕਦੇ ਤੇ ਗੁਰੂ ਦਾ ਕਿੰਨੇ ਮੋੜਨਾ ਹੈ? ਤਾਂ ਸੰਤਾਂ ਨੇ ਫਿਰ ਵਿੱਚ ਇੱਕ ਨੁਕਤਾ ਰੱਖਿਆ। ਸੰਤ ਕਹਿੰਦੇ ਮਾਤਾ ਚੰਗਾ ਰਹੂੰਗਾ ਤੇਰੇ ਕੋਲੇ, ਪਰ ਓਨਾ ਚਿਰ ਜਿੰਨਾ ਚਿਰ ਤੂੰ ਮੈਨੂੰ ਇਹ ਨਹੀਂ ਕਹਿੰਦੀ ਵੀ ਅਤਰ ਸਿਆਂ ਵਿਆਹ ਕਰਵਾ। ਵੇਖੋ ਸੰਤਾਂ ਦੀ ਚਤਰਤਾ। ਕਿਉਂ? ਮਾਂ ਵਾਂ ਤੇ ਮਾਂ ਦੇ ਮੂੰਹੋਂ ਨਿਕਲਣਾ ਹੀ ਆ ਵੀ ਤੇਰਾ ਵਿਆਹ ਹੋਵੇ, ਤੇਰੇ ਬੱਚੇ ਮੈਂ ਕਢਾਵਾਂ। 2-3 ਸਾਲ ਤੇ ਸੰਤ ਰਹੇ ਮਾਤਾ ਦੇ ਸਾਹਮਣੇ, ਪਰ ਤੀਜੇ ਕੁ ਸਾਲ ਫਿਰ ਮਾਤਾ ਭੁੱਲ ਗਿਆ। ਮਾਤਾ ਭੋਲੀ ਸੀ ਨਾ, ਨਾਮ ਹੀ ਭੋਲੀ ਸੀ। ਮਾਤਾ ਦੇ ਮੂੰਹ ਨਿਕਲ ਹੀ ਗਿਆ ਵੀ ਤੇਰਾ ਵਿਆਹ ਕਰੀਏ। ਬਸ ਫਿਰ ਸੰਤਾਂ ਚੁੱਕਿਆ ਕਸ਼ਹਿਰਾ, ਫੇਰ ਨਹੀਂ ਲੱਭੇ। ਅਗਲੇ ਦਿਨ ਕਿੱਧਰ ਗਏ? ਤਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਨਾ ਉਹ ਮਰਹਿ ਨਾ ਠਾਗੈ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਇਸੇ ਤਰ੍ਹਾਂ ਸੰਤ ਮਾਹਰ ਨਾਮ ਸਿੰਘ ਵੀ ਹੋਏ ਨਾ। ਇੱਥੇ ਆਪਣੇ ਲਾਗੇ ਪਿੰਡ ਆ ਪੰਡੋਰੀ ਨਿਜਰਾ, ਆ ਸੂਸਾਂ ਦੇ ਲਾਗੇ ਪਿੰਡ ਨਾ ਪੰਡੋਰੀ ਨਿਜਰਾ। ਉੱਥੇ ਸੰਤ ਰਾਮ ਸਿੰਘ ਜੀ ਨਿਰਮਲੇ ਸੰਤ ਹੋਏ, ਸੰਤ ਦਲ ਸਿੰਘ ਜੀ ਨਿਰਮਲੇ ਸੰਤ ਹੋਏ। ਤਾਂ ਸੰਤ ਮਾਹਰ ਨਾਮ ਸਿੰਘ ਜੀ ਇੱਥੇ ਪੰਡੋਰੀ ਨਿਜਰਾ ਆਣ ਕੇ ਕਿੰਨਾ ਚਿਰ ਤਪ ਕਰਦੇ ਰਹੇ। ਤੇ ਇੱਥੇ ਹੀ ਜਿਹੜੇ ਮਹਾਂਪੁਰਸ਼ ਸੀ ਉਹਨਾਂ ਨੇ ਬੇਨਤੀ ਕੀਤੀ ਵੀ ਅਸੀਂ ਭਗਵਾਨ ਨਰ ਸਿੰਘ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਵੀ ਲੋਕ ਕਹਿੰਦੇ ਐਵੇਂ ਗੱਲਾਂ ਹੀ ਆ, ਮਿਥਿਆਸ ਆ, ਪਰ ਗੁਰਬਾਣੀ 'ਚ ਉਹਨਾਂ ਦਾ ਜ਼ਿਕਰ ਆਇਆ ਹੈ। ਭਾਈ ਗੁਰਦਾਸ ਸਾਹਿਬ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਭਗਤੀ ਕਰਕੇ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ। ਤਾਂ ਇਹ ਪੰਡੋਰੀ ਨਿਜਰਾਂ ਵਾਲੇ ਜਿਹੜੇ ਸੰਤ ਸੀ, ਫਿਰ ਉਹਨਾਂ ਨੇ ਉਹਨਾਂ ਨੂੰ ਇੱਕ ਸ਼ਬਦ ਦਿੱਤਾ ਵੀ ਇਹਦਾ ਜਾਪ ਕਰੋ, ਫਿਰ ਤੁਹਾਨੂੰ ਦਰਸ਼ਨ ਹੋ ਜਾਣਗੇ। ਉਹਨਾਂ ਨੂੰ ਹੋਏ। ਫਿਰ ਉਹ ਬੜੀ ਲੰਮੀ ਸਾਖੀ ਆ ਵੀ ਫਿਰ ਉਹ ਹਰਿਮੰਦਰ ਸਾਹਿਬ ਗਏ, ਉੱਥੇ ਵੀ ਅਰਦਾਸ ਕੀਤੀ। ਫਿਰ ਨਰ ਸਿੰਘ ਭਗਵਾਨ ਦੀ ਆਵਾਜ਼ ਆਈ ਵੀ ਸਾਡੀ ਖੁਰਾਕ ਦੇ। ਫਿਰ ਸੰਖੀਆ ਖਾਧਾ ਮਠਿਆਈ 'ਚ ਪਾ ਕੇ, ਫਿਰ ਸਰੀਰ ਜੂੜਿਆ ਗਿਆ। ਉਹ ਬੜਾ ਲੰਮਾ ਇਤਿਹਾਸ ਹੈ। ਫਿਰ ਨਰ ਸਿੰਘ ਜੀ ਦੇ ਦਰਸ਼ਨ ਹੋਏ, ਬੜਾ ਪ੍ਰਕਾਸ਼। ਪਰ ਬਾਅਦ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਹੀ ਸਭ ਕੁਝ ਬਣ ਗਿਆ ਤੇ ਗੁਰੂ ਨਾਨਕ ਦੇਵ ਸਾਹਿਬ ਦਾ ਪ੍ਰਕਾਸ਼ ਝੱਲਿਆ ਹੀ ਨਾ ਜਾਵੇ, ਇੰਨਾ ਜ਼ਿਆਦਾ ਸੀ। ਭਾਵ ਭਗਵਾਨ ਨਰ ਸਿੰਘ ਨੇ ਵੀ ਇਹੀ ਦੱਸਿਆ ਸੰਤਾਂ ਨੂੰ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਉਹ ਆਪ ਨਾਰਾਇਣ ਕਲਾਧਾਰ ਹਨ। ਸੋ ਰਹੋ ਵਿਚਾਰ। ਤਾਂ ਸੰਤ ਮਾਹਰ ਨਾਮ ਸਿੰਘ ਜੀ ਵੀ ਇੱਕ ਪਰਿਵਾਰ ਨੇ ਬਹੁਤੀ ਬੇਨਤੀ ਕੀਤੀ, ਮਹਾਰਾਜ ਸਾਡੇ ਘਰ ਰਹੋ, ਸਾਡੇ ਚੁਬਾਰੇ ਰਹੋ। ਹੁਣ ਜਿਹੜੇ ਸੰਤ ਨੇ ਆਜ਼ਾਦ ਨੇ, ਇਹ ਮੋਹ ਨਹੀਂ ਪਾਉਂਦੇ ਇੱਕ ਜਗ੍ਹਾ ਉੱਤੇ। ਤਾਂ ਸੰਤਾਂ ਦੇ ਮਨ 'ਚ ਆਇਆ ਵੀ ਗੁਰਸਿੱਖ ਵਿੱਚ ਇੱਕ ਨੁਕਤਾ ਰੱਖ ਲਿਆ। ਉਹ ਕੀ? ਵੀ ਜਿੰਨਾ ਚਿਰ ਸਾਡੀ ਕਿਰਿਆ ਤੇ ਕਿੰਤੂ ਨਹੀਂ ਕਰੋਗੇ ਉਹਨਾਂ ਚਿਰ ਰਵਾਂਗੇ, ਜਿੱਦਣ ਕੀਤਾ ਉਦਣ ਚਲੇ ਜਾਵਾਂਗੇ। ਉਹਨਾਂ ਦਾ ਸੁਭਾਅ ਸੀ ਪਾਣੀ ਬਹੁਤ ਵਰਤਦੇ ਸਨ, ਪਾਣੀ ਬਹੁਤ ਜ਼ਿਆਦਾ ਵਰਤਦੇ ਸੀ। ਇੱਕ ਦਿਨ ਪਿੰਡ ਵਾਲਿਆਂ ਨੇ ਕਹਿ ਹੀ ਦਿੱਤਾ ਫਿਰ ਉਸ ਸੱਜਣ ਨੂੰ ਵੀ ਇਹਦੇ ਘਰ ਪਤਾ ਨਹੀਂ ਕਿਹੜਾ ਸਾਧ ਆਇਆ, ਕਿਹੜਾ ਪ੍ਰਾਹੁਣਾ ਆਇਆ ਜਿਹੜਾ ਛੱਪੜ ਹੀ ਲਾ ਦਿੰਦਾ ਹੈ। ਗਲੀ ਦੇ ਵਿੱਚ ਪਾਣੀ ਭਰ ਜਾਂਦਾ ਹੈ। ਪਾਣੀ ਬਹੁਤ ਖੁੱਲ੍ਹਾ ਵਰਤਦੇ ਸੀ। ਨਾ ਚਾਹੁੰਦਿਆਂ ਹੋਇਆਂ ਵੀ ਕਿੰਤੂ ਹੋ ਗਿਆ ਪਰਿਵਾਰ ਤੋਂ ਤੇ ਸੰਤ ਚਲੇ ਗਏ। ਤਾਂ ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਉਹਨਾਂ ਨੂੰ ਮੋਹ ਨਹੀਂ ਕੋਈ ਪਾ ਸਕਦਾ, ਉਹਨਾਂ ਨੂੰ ਕਾਮ ਕ੍ਰੋਧ ਠੱਗ ਨਹੀਂ ਸਕਦੇ। ਐਸੀ ਚਤਰਤਾ ਵਾਲੇ ਹਨ।
ਤਾਂ ਆਕਲ ਬੁੱਧੀਮਾਨ ਅਲਾਮੇ ਬਹੁਤੇ ਚਤਰ। ਜਿੱਥੇ ਵਾਹਿਗੁਰੂ ਪਰਮੇਸ਼ਰ ਸਭ ਤੋਂ ਵੱਡਾ ਬੁੱਧੀਮਾਨ ਹੈ ਤੇ ਚਤਰ ਹੈ, ਉੱਥੇ ਉਹਦੇ ਪਿਆਰੇ ਵੀ ਇਸੇ ਤਰ੍ਹਾਂ ਕਾਮ ਕ੍ਰੋਧ ਤੋਂ ਠੱਗੇ ਨਹੀਂ ਜਾਂਦੇ ਹਨ। ਕਿ ਸਾਹਿਬ ਕਲਾਮੈ, ਸਾਹਿਬ ਕਹਿੰਦੇ ਨੇ ਮਾਲਕ ਨੂੰ, ਕਲਾਮ ਕਹਿੰਦੇ ਹਨ ਅਰਬੀ ਦੇ ਵਿੱਚ। ਕਲਾਮ ਸੰਗਿਆ ਬਾਤ ਚੀਤ, ਬੋਲ ਬਾਣੀ, ਗੱਲਬਾਤ, ਗੁਫ਼ਤਗੂ ਕਰਨੀ। ਜਾਂ ਫਿਰ ਅਰਬੀ ਵਿੱਚ ਕਲਮ ਕਹਿ ਦਿੰਦੇ ਲੇਖਣੀ ਨੂੰ, ਲਿਖਣ ਨੂੰ। ਇਹ ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਜੀ, ਆਪ ਸਾਰੀਆਂ ਹੀ ਬਾਣੀਆਂ ਦੇ ਸਾਹਿਬ ਮਾਲਕ ਹੋ, ਕਿਉਂਕਿ ਸਰਬ ਰੂਪ ਆਪ ਹੀ ਹੋ। ਹਰ ਪ੍ਰਕਾਰ ਦੀ ਬੋਲੀ ਨੂੰ ਆਪ ਹੀ ਬੋਲਣ ਵਾਲਾ ਹੈ। ਵੇਖੈ, ਬੋਲੇ, ਸੁਣੇ ਸਭ ਆਪ। ਆਪ ਹੀ ਸਰੀਰਾਂ ਵਿੱਚ ਬੈਠਾ ਹੋਇਆ ਵੇਖਦਾ ਹੈ, ਆਪ ਹੀ ਸਰੀਰਾਂ ਵਿੱਚ ਬੈਠਾ ਹੋਇਆ ਬੋਲਦਾ ਹੈ, ਆਪ ਹੀ ਸਰੀਰਾਂ ਵਿੱਚ ਬੈਠਾ ਹੋਇਆ ਸੁਣਦਾ ਹੈ। ਜਾਂ ਫਿਰ ਕਲਾ ਮੈਂ, ਕਲਾ ਸ਼ਕਤੀਆਂ ਮੈਂ ਵਿੱਚ। ਇਹ ਅਕਾਲ ਪੁਰਖ ਜੋ ਸ਼ਕਤੀਆਂ ਦੇ ਧਾਰਨ ਦੇ ਵਿੱਚ ਸਭ ਦਾ ਮਾਲਕ ਆਪ ਹੀ ਹੋ, ਕਿਉਂਕਿ ਸੰਪੂਰਨ ਸ਼ਕਤੀਆਂ ਸਿਰਫ ਆਪ ਜੀ ਦੇ ਵਿੱਚ ਹੀ ਨਿਵਾਸ ਕਰਦੀਆਂ ਨੇ, ਹੋਰ ਕਿਸੇ ਦੇ ਵਿੱਚ ਨਹੀਂ। ਜਾਂ ਇਹ ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਜੀ, ਲੇਖ ਲਿਖਣ ਵਿੱਚ ਕਲਮ ਦੇ ਵੱਡੇ ਸਾਹਿਬ ਧਣੀ ਮਾਲਕ ਤੁਸੀਂ ਹੋ, ਕਿਉਂਕਿ ਸਭਨਾ ਜੀਆਂ ਦੇ ਮਸਤਕ ਉੱਪਰ ਪਰਾਲਬਧ ਦਾ ਲੇਖ ਲਿਖਿਆ ਹੋਇਆ ਹੈ। ਹਰੇਕ ਦੇ ਮੱਥੇ ਉੱਤੇ ਕਿਸਮਤ ਦਾ ਲੇਖ ਲਿਖਿਆ ਹੈ। ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ, ਸਭੇ ਜੇਰ ਕੀਨੇ ਬਲੀ ਕਾਲ ਹਾਥੰ। ਜਾਂ ਫਿਰ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਜਿਹੜੀ ਪਰਾਲਬਧ ਹੁੰਦੀ ਹੈ, ਕਿਸਮਤ ਹੁੰਦੀ ਹੈ, ਇਹਦੇ ਵਿੱਚ ਕਹਿੰਦੇ ਕੁਝ ਚੀਜ਼ਾਂ ਨੇ ਜਿਹੜੀਆਂ ਵਿਧਾਤਾ ਨੇ ਲਿਖੀਆਂ ਹੁੰਦੀਆਂ ਨੇ। ਉਹ ਕਿਹੜੀਆਂ ਕਿਹੜੀਆਂ ਨੇ? ਹਾਨ, ਲਾਭ, ਜੀਵਨ, ਮਰਨ, ਜਛ, ਅਪਜਸ, ਵਿਦ ਹਾਥ। ਵਿਧਾਤਾ ਦੇ ਹੱਥ ਦੇ ਨਾਲ ਕਿਹੜੀਆਂ ਚੀਜ਼ਾਂ ਲਿਖੀਆਂ ਜਾਂਦੀਆਂ ਨੇ? ਹਾਨੀ, ਲਾਭ, ਕਿੰਨਾ ਕਿਨੂੰ ਲਾਭ ਹੋਊਗਾ ਤੇ ਕਿੰਨਾ ਕਿਨੂੰ ਨੁਕਸਾਨ ਹੋਊਗਾ, ਇਹ ਪਰਾਲਬਧ ਹੁੰਦੀ ਹੈ, ਕਿਸਮਤ ਹੁੰਦੀ ਹੈ। ਕਦੋਂ ਇਹਦਾ ਜਨਮ ਹੋਇਆ ਤੇ ਕਦੋਂ ਇਹ ਮਰੂਗਾ, ਇਹ ਵੀ ਮੱਥੇ ਤੇ ਲਿਖਿਆ ਹੁੰਦਾ ਹੈ। ਕਿੰਨੀ ਕਿਨੂੰ ਵਡਿਆਈ ਮਿਲੇਗੀ ਤੇ ਕਿੰਨੀ ਕਿਹਦੀ ਬੁਰਿਆਈ ਹੋਵੇਗੀ, ਇਹ ਵੀ ਮੱਥੇ ਤੇ ਲਿਖੀ ਹੁੰਦੀ ਹੈ। ਇਹ 6 ਚੀਜ਼ਾਂ ਬੰਦੇ ਦੀ ਪਰਾਲਬਧ 'ਚ ਹੁੰਦੀਆਂ ਨੇ। ਜੰਮਣ ਤੋਂ ਪਹਿਲਾਂ ਇਹਦੇ ਮਸਤਕ ਉੱਤੇ ਲਿਖੀਆਂ ਜਾਂਦੀਆਂ ਨੇ, ਜਿਹਨੂੰ ਮਹਾਰਾਜ ਕਹਿੰਦੇ ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ, ਸਭੇ ਜੇਰ ਕੀਨੇ ਬਲੀ ਕਾਲ ਹਾਥੰ। ਤਾਂ ਵਾਹਿਗੁਰੂ ਪਰਮੇਸ਼ਰ ਜਿਹੜਾ ਕਲਮ ਦਾ ਸਾਹਿਬ ਆ, ਧਣੀ ਹੈ, ਸਭਨਾਂ ਦੇ ਮੱਥੇ ਉੱਪਰ ਉਹਨੇ ਪਰਾਲਬਧ ਦੇ ਲੇਖ ਲਿਖੇ ਹੋਏ ਨੇ ਤੇ ਉਹਨਾਂ ਨੂੰ ਭੋਗਣਾ ਹੀ ਪੈਂਦਾ ਹੈ। ਜਿਹੜੇ ਅਸੀਂ ਕਰਮ ਕੀਤੇ ਨੇ ਉਹਨਾਂ ਦਾ ਫਲ ਫਿਰ ਸਾਨੂੰ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਗੁਰਬਾਣੀ ਇਸ ਗੱਲ ਉੱਤੇ ਬਹੁਤ ਜ਼ੋਰ ਦਿੰਦੀ ਹੈ। ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ। ਜਾਂ ਮਹਾਭਾਰਤ ਦੇ ਵਿੱਚ ਵੀ ਬੜਾ ਸੁੰਦਰ ਇੱਕ ਸੰਸਕ੍ਰਿਤ ਦਾ ਸ਼ਲੋਕ ਆਉਂਦਾ ਹੈ, ਨਾ ਕਸ਼ੀਏ ਤੇ ਕਰਮ ਕਲਪ ਕੋਟੀ ਛਤੀ ਰਪੀ। ਭਾਵੇਂ 100 ਕਰੋੜ ਕਲਪ ਲੰਘ ਜਾਣ, ਹਜ਼ਾਰਾਂ ਹੀ ਲੱਖਾਂ ਹੀ ਸਾਲ ਲੰਘ ਜਾਣ, ਜਿਹੜੇ ਤੂੰ ਕਰਮ ਕੀਤੇ ਨੇ ਮਾੜੇ ਆ ਜਾਂ ਚੰਗੇ ਆ, ਉਹ ਸਾਰਿਆਂ ਦਾ ਫਲ ਜਿਹੜਾ ਹੈ ਉਹ ਤੈਨੂੰ ਭੋਗਣਾ ਹੀ ਪੈਣਾ ਹੈ। ਭਾਵੇਂ ਦੁਬਾਰਾ ਸੰਸਾਰ ਕਿਉਂ ਨਾ ਬਣਾਉਣਾ ਪੈ ਜੇ। ਕਾਂਸ਼ੀ ਦੇ ਵਿੱਚ ਨਾ ਇੱਕ ਵਿਦਵਾਨ ਸੀ, ਨਿਰਮਲੇ ਸੰਤਾਂ ਨੇ, ਮਹਾਂਪੁਰਸ਼ਾਂ ਨੇ ਇੱਕ ਗ੍ਰੰਥ ਲਿਖਿਆ ਸ੍ਰੀ ਨਾਰਾਇਣ ਹਰੀ। ਉਹਦੇ ਵਿੱਚ ਬੜੀ ਸੁੰਦਰ ਗਾਥਾ ਆਉਂਦੀ ਵੀ ਕਾਂਸ਼ੀ 'ਚ ਇੱਕ ਵਿਦਵਾਨ ਜੋਤਸ਼ੀ ਰਹਿੰਦਾ ਸੀ। ਇੱਕ ਦਿਨ ਕਾਂਸ਼ੀ ਦਾ ਬਾਦਸ਼ਾਹ ਜਾਂ ਕਿਸੇ ਥਾਂ ਦਾ ਬਾਦਸ਼ਾਹ ਜਿਹਦੇ ਨਾਲ ਕੋਈ ਘਟਨਾ ਹੋਈ,
ਆਪਣੀ ਕੋਈ ਸਮੱਸਿਆ ਲੈ ਕੇ ਉਹਦੇ ਘਰ ਪਹੁੰਚਿਆ। ਜੋਤਸ਼ੀ ਕਿਤੇ ਬਾਹਰ ਗਿਆ ਸੀ ਤੇ ਉਹਦੀ ਘਰ ਵਾਲੀ ਘਰੇ ਸੀ। ਤਾਂ ਰਾਜੇ ਨੇ ਪੁੱਛਿਆ, ਮਾਤਾ ਜੀ, ਭੈਣ ਜੀ, ਜਾਂ ਜੋ ਬੋਲੀ ਉਧਰ ਦੀ ਦੇਵੀ ਜੀ, ਵੀ ਤੁਹਾਡੇ ਪਤੀ ਜੋਤਸ਼ੀ ਜੀ ਮਹਾਰਾਜ ਕਿੱਥੇ ਗਏ ਆ? ਹੁਣ ਰਾਜੇ ਦਾ ਤੇ ਇਰਾਦਾ ਸੀ ਵੀ ਮੈਂ ਇਹਦੇ ਘਰ ਵਾਲੇ ਦੀ ਸਿਫਤ ਸੁਣ ਕੇ ਆਇਆ, ਤੇ ਜੇ ਮੈਂ ਇਹਦੇ ਘਰ ਵਾਲੇ ਦੀ ਸਿਫਤ ਕਰੂੰਗਾ, ਇਹਨੂੰ ਮਹਾਰਾਜ ਦੱਸੂਗਾ, ਇਹਨੂੰ 108 ਦੱਸੂਗਾ, ਤੇ ਮੈਨੂੰ ਛੇਤੀ ਮਿਲਾ ਦੂਗੀ। ਪਰ ਉਹਨੂੰ ਕੀ ਪਤਾ ਸੀ ਵੀ ਇਹ ਅੱਗੇ ਬਲਾ ਹੀ ਆ ਜਿਹੜੀ ਘਰ ਦੇ ਵਿੱਚ। ਤਾਂ ਉਹ ਜਿਹੜੀ ਉਹ ਜੋਤਸ਼ੀ ਦੀ ਘਰ ਵਾਲੀ ਸੀ, ਉਹਨੇ ਆਪਣੇ ਘਰ ਵਾਲੇ ਜੋਤਸ਼ੀ ਨੂੰ ਇਹੋ ਜਿਹੀਆਂ ਅਯੋਗ ਗੱਲਾਂ ਕਹੀਆਂ, ਅਸਹਿ ਦੁਰਬਚਨ ਕਹੇ, ਜਿਹਨੂੰ ਸੁਣ ਕੇ ਰਾਜੇ ਨੇ ਕੰਨਾਂ 'ਚ ਉਂਗਲਾਂ ਦੇ ਲਈਆਂ ਤੇ ਮਨ ਹੀ ਮਨ ਸੋਚਣ ਲੱਗਾ, ਮੈਂ ਤੇ ਆਪਣੀ ਸਮੱਸਿਆ ਦਾ ਹੱਲ ਪੁੱਛਣ ਆਇਆ ਸੀ, ਪਰ ਇਹਦੀ ਸਮੱਸਿਆ ਦੇ ਸਾਹਮਣੇ ਮੇਰੀ ਸਮੱਸਿਆ ਤੇ ਛੋਟੀ ਲੱਗਦੀ। ਪਹਿਲਾਂ ਇਹ ਪੁੱਛ ਲਾਂ ਵੀ ਤੂੰ ਕਿਹੜਾ ਕਰਮ ਕੀਤਾ ਸੀ ਵੀ ਤੇਰਾ ਇੰਨਾ ਦੁਨੀਆ ਮਾਣ ਕਰਦੀ, ਪਰ ਘਰ ਵਾਲੀ ਤੈਨੂੰ ਇੰਨਾ ਬੁਰਾ ਭਲਾ ਬੋਲਦੀ। ਇੰਨੇ ਨੂੰ ਜੋਤਸ਼ੀ ਮਹਾਰਾਜ ਆ ਕੇ ਘਰ 'ਚ ਪ੍ਰਵੇਸ਼ ਕੀਤਾ। ਉਹ ਜਿਹੜੀ ਬ੍ਰਾਹਮਣੀ ਸੀ ਉਹਦੀ ਘਰ ਵਾਲੀ, ਉਹਨੇ ਜੋਤਸ਼ੀ ਦੇ ਆਉਂਦਿਆਂ ਹੀ ਫੇਰ ਇੱਕ ਵਾਰੀ ਕਹਿੰਦੇ ਮਾੜੇ ਵਚਨ, ਕਠੋਰ ਵਚਨ, ਮੰਦੇ ਵਚਨ ਬੋਲਣੇ ਸ਼ੁਰੂ ਕੀਤੇ ਆਪਣੇ ਘਰ ਵਾਲੇ ਨੂੰ। ਪਰ ਜੋਤਸ਼ੀ ਐ ਸ਼ਾਂਤ, ਚੁੱਪ, ਬਰਫ਼ ਵਰਗਾ ਠੰਡਾ। ਆਪਣੀ ਘਰ ਵਾਲੀ ਨੂੰ ਕੁਝ ਵੀ ਨਾ ਕਿਹਾ, ਆਪਣੀ ਗੱਦੀ ਤੇ ਬੈਠਾ। ਉਹ ਬੋਲੀ ਗਈ, ਬੋਲੀ ਗਈ। ਇੱਕ ਵਾਰੀ ਤੇ ਰਾਜੇ ਨੂੰ ਕ੍ਰੋਧ ਆ ਗਿਆ, ਪਰ ਜੋਤਸ਼ੀ ਨੇ ਰਾਜੇ ਨੂੰ ਇਸ਼ਾਰਾ ਕੀਤਾ ਵੀ ਚੁੱਪ ਰਹਿ। ਜਦੋਂ ਮੇਰੀ ਘਰ ਵਾਲੀ ਮੈਨੂੰ ਬੋਲਦੀ ਪਈ ਆ, ਮੈਂ ਟੈਨਸ਼ਨ ਨਹੀਂ ਲੈਂਦਾ, ਤੂੰ ਐਵੇਂ ਟੈਨਸ਼ਨ ਚੁੱਕੀ ਫਿਰਨ ਡਿਆ, ਚੁੱਪ ਕਰਕੇ ਬੈਠਾ ਰਹਿ ਤੂੰ। ਥੋੜੀ ਦੇਰ ਬਾਅਦ ਉਹ ਬੋਲ ਬਾਲ ਕੇ ਅੰਦਰ ਚਲੇ ਗਈ ਤੇ ਜੋਤਸ਼ੀ ਨੇ ਰਾਜੇ ਵੱਲ ਧਿਆਨ ਆਖਿਆ। ਕਹਿੰਦਾ, ਮਹਾਰਾਜ ਦੱਸੋ ਕਿਵੇਂ ਆਏ ਆ? ਕਹਿੰਦਾ, ਆਇਆ ਤੇ ਸੀ ਆਪਣਾ ਹਾਲ ਪੁੱਛਣ, ਪਰ ਪਹਿਲਾਂ ਤੂੰ ਹੀ ਆਪਣਾ ਹਾਲ ਦੱਸ ਬਈ ਕਿਹੜੇ ਕਰਮ ਦੀ ਸਜ਼ਾ ਵੀ ਜਿਹੜੀ ਇਹੋ ਜੀ ਮਿੱਠ ਬੋਲੜੀ ਘਰ ਵਾਲੀ ਤੈਨੂੰ ਮਿਲੀ ਆ? ਇਹ ਕਿਹੜੇ ਕਰਮ ਕਰਕੇ ਪ੍ਰਾਪਤ ਹੋਈ ਵੀ ਜਿਹੜਾ ਤੇਰਾ ਇੰਨਾ ਤਿਰਸਕਾਰ ਕਰਦੀ ਆ, ਬੇਇੱਜ਼ਤੀ ਕਰਦੀ? ਇਹਦਾ ਕੀ ਕਾਰਨ ਆ? ਵੀ ਅਸੀਂ ਤਾਂ ਸਾਰੇ ਤੇਰੇ ਕੋਲੇ ਆਉਨੇ ਆ, ਪਰ ਤੇਰਾ ਹੀ ਅੱਗੇ ਇਹ ਹਾਲ ਆ। ਤਾਂ ਜੋਤਸ਼ੀ ਨੇ ਫਿਰ ਆਪਣਾ ਪਿਛਲਾ ਕਰਮ ਦੱਸਿਆ ਵੀ ਇਹ ਜਿਹੜੀ ਇਸਤਰੀ ਆ ਨਾ, ਇਹ ਇਸਤਰੀ ਨਹੀਂ ਆ, ਇਹ ਮੇਰੀ ਗਲਤੀ ਆ। ਉਹ ਕਹਿੰਦੇ ਗਲਤੀ ਮਤਲਬ, ਕਹਿੰਦੇ ਮੇਰਾ ਕੋਈ ਕਰਮ ਆ ਵਰਾਣਾ, ਇਸ ਕਰਕੇ ਘਰ ਦੇ ਵਿੱਚ ਮਾਂ ਨਹੀਂ ਹੁੰਦੀ, ਮਾਂ ਸਾਡਾ ਕਰਮ, ਪਿਤਾ ਪਿਤਾ ਨਹੀਂ ਆ, ਪਿਤਾ ਸਾਡਾ ਕੋਈ ਕਰਮ, ਭੈਣ ਭਾਈ ਕਰਮ, ਬੱਚੇ ਕਰਮ, ਘਰ ਵਾਲੀ ਕਰਮ। ਇਹ ਕਰਮ ਨੇ ਸਾਰਿਆਂ ਦੇ ਆਪੋ ਆਪਣੇ। ਹੁਣ ਜੇ ਤਾਂ ਕੀਤੇ ਹੋਏ ਚੰਗੇ ਤਾਂ ਉਹ ਤੁਹਾਡੀ ਸੇਵਾ ਕਰਨਗੇ, ਜੇ ਕੀਤੇ ਹੋਏ ਮਾੜੇ ਤਾਂ ਉਹ ਪਰਿਵਾਰ ਤੁਹਾਨੂੰ ਦੁਖਦਾਈ ਬਣ ਜਾਊ। ਹੁਣ ਕਈ ਬਜ਼ੁਰਗ ਤੁਸੀਂ ਦੇਖੇ ਹੋਣਗੇ ਨਾ, ਘਰਾਂ ਚੋਂ ਕੱਢ ਦਿੱਤੇ ਜਾਂਦੇ, ਤਾਂ ਉਹਨਾਂ ਦੇ ਉਹ ਬੱਚੇ ਥੋੜੀ ਉਹਦੇ ਕਰਮ ਆਏ ਆ ਉਹਨਾਂ ਦੇ ਹਿਸਾਬ ਲੈਣ, ਨਹੀਂ ਤੇ ਬੱਚੇ ਕਿਉਂ ਮਾਂ ਪਿਓ ਨੂੰ ਕੱਢਣਗੇ ਬਈ? ਤਾਂ ਉਹ ਕਹਿੰਦਾ ਇਹ ਮੇਰਾ ਕਰਮ ਆ। ਦੁਨੀਆ ਵਿੱਚ ਤੁਹਾਨੂੰ ਜੋ ਵੀ ਦਿਖਦਾ, ਭਾਈ, ਪੁੱਤ, ਸਿੱਖ, ਪਿਤਾ, ਗੁਰੂ, ਸੰਬੰਧ, ਸਭ ਕਰਮ। ਇਹ ਇਸਤਰੀ ਨਹੀਂ ਆ, ਘਰ ਵਾਲੀ ਨਹੀਂ, ਇਹ ਮੇਰਾ ਕਰਮ, ਤੇ ਇਹਦਾ ਫਲ ਮੈਨੂੰ ਭੋਗਣਾ ਪੈਣਾ ਹੈ। ਨਾ ਭੁਗਤਮ ਕਸ਼ੀਏ ਤੇ ਕਰਮ ਕਲਪ ਕੋਟੀ ਛਤੀ ਰਪੀ। ਆਪਣਾ ਕੀਤਾ ਹੋਇਆ ਕਰਮ ਮਾੜਾ ਚੰਗਾ ਭੋਗਣਾ ਹੀ ਪੈਂਦਾ ਹੈ, ਭਾਵੇਂ ਸੈਂਕੜੇ ਕਰੋੜਾਂ ਹੀ ਕਲਪ ਗੁਜ਼ਰ ਜਾਣ, ਇਹ ਕਰਮ ਨਹੀਂ ਟਲਦੇ। ਜਦੋਂ ਇਹ ਟਲਨੇ ਨਹੀਂ ਆ ਤੇ ਫਿਰ ਮੈਂ ਖੁਸ਼ੀ ਖੁਸ਼ੀ ਭੋਗਦਾ। ਇਸ ਕਰਕੇ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਕੁਝ ਨਹੀਂ,
ਤਾਂ ਰਾਜੇ ਨੇ ਪੁੱਛਿਆ, ਮਹਾਰਾਜ ਤੁਸੀਂ ਕਿਹੜਾ ਕਰਮ ਕੀਤਾ ਸੀ? ਤਾਂ ਕਹਿੰਦੇ ਕਿਤੇ ਕਿਸੇ ਜਨਮ ਵਿੱਚ 84 ਵਿੱਚ ਕਾਂ ਸੀ ਔਰ ਇਹਦਾ ਜਨਮ ਗਧੀ ਦੇ ਰੂਪ ਦੇ ਵਿੱਚ ਸੀ। 84 ਕੱਟ ਕੇ ਹੀ ਬੰਦਾ ਆਉਂਦਾ, 84 ਦੇ ਕਿਸੇ ਜਨਮ ਦੇ ਵਿੱਚ ਇਦਾਂ ਦਾ ਕੋਈ ਸੰਬੰਧ ਸੀ। ਤਾਂ ਬੜੀ ਸੋਹਣੀ ਸਾਖੀ ਲਿਖੀ ਹੈ ਕਹਾਣੀ ਰੂਪ ਦੇ ਵਿੱਚ ਸੰਤ ਨਿਰਮਲੇ ਮਹਾਂਪੁਰਸ਼ਾਂ ਨੇ ਵੀ ਇਹਦੀ ਪਿੱਠ ਉੱਤੇ ਫੋੜਾ ਸੀ, ਫੋੜੇ ਦੀ ਪੀੜ, ਜ਼ਖਮ ਦੀ ਪੀੜ ਬੜਾ ਦੁੱਖ ਦਿੰਦੀ ਹੈ, ਕਮਜ਼ੋਰ ਹੋਈ ਪਈ ਸੀ। ਹੁਣ ਕਾਂ ਦਾ ਸੁਭਾਅ ਬੜਾ ਦੁਸ਼ਟ ਹੁੰਦਾ ਹੈ, ਤਾਂ ਕਹਿੰਦਾ ਉਸ ਫੋੜੇ 'ਚ ਜਾਣ ਕੇ ਚੁੰਝ ਮਾਰਨੀ, ਦੁਖੀ ਕਰਨਾ, ਦਰਦ ਦੇ ਕਾਰਨ ਇਹਨੇ ਭੱਜਣਾ। ਇਹਦੀ ਫਜੀਅਤ ਦੇਖ ਕੇ ਮੈਂ ਬੜਾ ਖੁਸ਼ ਹੋਣਾ। ਅਖੀਰ ਮੇਰੇ ਡਰ ਦੇ ਕਾਰਨ ਇਹ ਬਾਹਰ ਨਿਕਲਣੋਂ ਹੀ ਅੜ ਗਈ, ਪਰ ਮੈਨੂੰ ਵੀ ਠੰਡ ਨਾ ਪੈਣੀ ਜਿੰਨਾ ਚਿਰ ਲੱਭ ਕੇ ਫੋੜੇ ਵਿੱਚ ਆਪਣੀ ਚੁੰਝ ਨਾ ਮਾਰਦਾ ਜਾ ਕੇ। ਜਿੱਥੇ ਕਿਥੇ ਮਿਲਣਾ ਇਹਨੂੰ ਦੁਖੀ ਕਰਨਾ, ਬਸ ਜਿੱਥੇ ਕਿਥੇ। ਤਾਂ ਇਹ 10-12 ਕੋਹ ਦੂਰ ਚਲੇ ਗਈ ਜੰਗਲ ਵਿੱਚ, ਗੰਗਾ ਦੇ ਕਿਨਾਰੇ ਹਰਾ ਹਰਾ ਘਾਹ ਖਾਂਦੀ, ਮੇਰੇ ਤੋਂ ਵੀ ਬਚ ਗਈ। ਪਰ ਮੈਨੂੰ ਕਿੱਥੇ ਚੈਨ, ਮੈਂ ਵੀ ਲੱਭਦਾ ਇੱਕ ਦਿਨ ਲੱਭ ਹੀ ਗਈ। ਫਿਰ ਬਸ ਫਿਰ ਕੀ ਸੀ, ਇੰਨੇ ਗੁੱਸੇ 'ਚ ਖਿੱਚ ਕੇ ਚੁੰਝ ਮਾਰੀ ਕਿ ਵਿੱਚ ਹੀ ਫਸ ਗਈ। ਹੁਣ ਇਹਨੂੰ ਦਰਦ ਹੋਵੇ, ਇਹਨੇ ਸੋਚਿਆ ਵੀ ਪਾਣੀ 'ਚ ਵੜ ਜਾਂਦੀ, ਪਾਣੀ ਦੇ ਭੈ ਕਰਕੇ ਇਹ ਦੁਸ਼ਟ ਮੈਨੂੰ ਛੱਡੇਗਾ, ਪਰ ਜਦੋਂ ਪਾਣੀ 'ਚ ਵੜੀ ਤਾਂ ਪਾਣੀ ਦੇ ਵੇਗ ਕਰਕੇ ਇਹ ਵੀ ਰੁੜ ਕੇ ਮਰੀ ਤੇ ਮੈਂ ਵੀ ਮਰਿਆ ਵਿੱਚ ਹੀ। ਸੋ ਸਮਾਂ ਇਸ ਤਰ੍ਹਾਂ ਦਾ ਵੀ ਜਿਹੜਾ ਕਰਮ ਆ ਸਾਡਾ ਕੀਤਾ ਹੋਇਆ ਉਹ ਜਾਂਦਾ ਨਹੀਂ ਕਿਸੇ ਦਾ। ਇਸ ਕਰਕੇ ਉਹ ਕਰਮ ਦਾ ਪ੍ਰਭਾਵ ਇਹ ਹੈ ਕਿ ਅੱਗੇ ਮੈਂ ਤੰਗ ਕੀਤਾ, ਹੁਣ ਇਹ ਵੀ ਨਹੀਂ ਵੇਖਦੀ ਦਿਨ ਵਾਰ, ਇਹ ਵੀ ਨਹੀਂ ਦੇਖਦੀ ਟਾਈਮ, ਇਹ ਵੀ ਉਸੇ ਤਰ੍ਹਾਂ ਹੀ ਜ਼ਖਮ, ਜਿਵੇਂ ਜ਼ਖਮ ਨੂੰ ਛੇੜਿਆਂ ਦੁੱਖ ਮਿਲਦਾ ਉੱਦਾਂ ਦੁੱਖ ਦਿੰਦੀ। ਤਾਂ ਕੱਟਣਾ ਤੇ ਪੈਣਾ ਹੀ ਆ ਕਹਿੰਦੇ, ਇਸ ਕਰਕੇ ਕੱਟੋ ਖੁਸ਼ੀ ਖੁਸ਼ੀ। ਤਾਂ ਮਹਾਰਾਜ ਕੀ ਕਹਿੰਦੇ ਹਨ ਕਿ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਉਹਨੇ 6 ਚੀਜ਼ਾਂ ਬੰਦੇ ਦੀਆਂ ਕਿਸਮਤ ਮੱਥੇ ਤੇ ਲਿਖ ਦਿੱਤੀਆਂ ਜੰਮਣ ਤੋਂ ਪਹਿਲਾਂ। ਕੀ ਹਾਨ ਲਾਭ ਜੀਵਨ ਮਰਨ, ਜਸ਼ ਅਪਜਸ਼ ਵਿਦ ਹਾਥ। ਇਹ 6 ਚੀਜ਼ਾਂ ਹਰੇਕ ਦੇ ਮੱਥੇ ਤੇ ਲਿਖੀਆਂ ਜਾਂਦੀਆਂ। ਤਾਂ 10ਵੇਂ ਪਾਤਸ਼ਾਹ ਲਿਖਦੇ ਨੇ ਵੀ ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ ਸਵੇ ਜੇਰ ਕੀਨੇ ਬਲੀ ਕਾਲ ਹਾਥੰ। ਇਹ ਜਿਹੜੀ ਮੱਥੇ ਦੀ ਪਰਾ ਲੱਭਦਾ ਹੈ, ਇਹ ਸਾਰਿਆਂ ਨੂੰ ਹੀ ਆਪਣੇ ਅਧੀਨ ਰੱਖਦੀ ਹੈ। ਇਸ ਕਰਕੇ ਉਹ ਵਾਹਿਗੁਰੂ ਕਲਮ ਦਾ ਸਾਹਿਬ, ਲਿਖਣ ਵਾਲਾ ਮਾਲਕ ਹੈ, ਕਲਮ ਦਾ ਧਣੀ ਹੈ। ਉਹ ਕਿਰਪਾ ਕਰਕੇ ਬਦਲਦੇ ਨਹੀਂ ਤੇ ਹਰੇਕ ਨੂੰ ਆਪਣਾ ਕਰਮ ਭੋਗਣਾ ਪੈਂਦਾ ਹੈ। ਕਿ ਹੁਸਨਲ ਵਜੂ ਹੈ, ਇਹਦੇ ਖੂਬਸੂਰਤੀ ਨੂੰ, ਸੁੰਦਰਤਾ ਨੂੰ ਅਰਬੀ ਦਾ ਸ਼ਬਦ ਹੈ। ਵਜੂ ਕਹਿੰਦੇ ਨੇ ਚਿਹਰੇ ਨੂੰ, ਜਾਂ ਵਜੂ ਕਹਿੰਦੇ ਨੇ ਵਜੂਦ ਨੂੰ। ਵਜੂਦ ਦਾ ਭਾਵ ਅਰਥ ਕੀ ਹੋਇਆ? ਸਰੀਰ, ਸਾਡੀ ਦੇਹ। ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਆਪ ਹੁਸਨਲ ਵਜੂ ਹੋ, ਪ੍ਰਕਾਸ਼ ਦੇ ਸੰਯੁਕਤ ਚਿਹਰੇ ਵਾਲੇ ਹੋ। ਆਪ ਜੀ ਦੇ ਚਿਹਰੇ ਦਾ ਪ੍ਰਕਾਸ਼ ਕਿਸੇ ਤੋਂ ਝੱਲਿਆ ਨਹੀਂ ਜਾਂਦਾ। ਮੁਖ ਮੰਡਲ ਪਰ ਲਸਤ ਜੋਤ ਅਦੋਤ ਅਮਿਤ ਗਤ। ਜਿਹੜੇ ਮੁਖ ਦੇ ਮੰਡਲ ਉੱਤੇ ਜਿਹੜੀ ਜੋਤ ਚਮਕਦੀ ਆ ਵਾਹਿਗੁਰੂ ਜੀ ਦੇ ਚਿਹਰੇ ਦੀ, ਉਹਦਾ ਇੰਨਾ ਪ੍ਰਕਾਸ਼ ਹੈ ਕਿ ਅਮਿਤ ਗਤ, ਕੋਈ ਉਹਦਾ ਅੰਤ ਨਹੀਂ ਪਾ ਸਕਦਾ ਹੈ। ਜਟਤ ਜੋਤ ਜਗ ਮਗਤ ਲੱਜਤ ਲੱਖ ਕੋਟ ਨਿਖਤ ਪਤ। ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਐਸੇ ਸੋਹਣੇ ਚਿਹਰੇ ਵਾਲੇ, ਐਸਾ ਪ੍ਰਕਾਸ਼ ਹੈ ਆਪ ਜੀ ਦੇ ਚਿਹਰੇ ਉੱਪਰ। ਜਾਂ ਹੇ ਅਕਾਲ ਪੁਰਖ ਜੀ, ਜਿਹੜਾ ਤੇਰਾ ਵਜੂ ਮੈਨੇ ਵਜੂਦ ਮੈਨੇ ਸਰੀਰ, ਇਹ ਸਰੀਰ ਹੈ ਸੋ ਅਤਿਅੰਤ ਹੀ ਹੁਸਨਲ ਸੁੰਦਰ ਹੈ। ਇਹ ਗੁਰਬਾਣੀ ਵਿੱਚ ਵੀ ਲਿਖਿਆ, ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ।
ਵਾਹਿਗੁਰੂ ਜੀ ਦਾ ਸਰੀਰ ਸੁੰਦਰ ਮੰਨਿਆ ਗਿਆ ਹੈ। ਤਮਾਮਲ ਰਜੂ ਹੈ। ਮਹਾਰਾਜ ਕਹਿੰਦੇ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ। ਕਿੰਨਾ ਕੁ ਸੋਹਣਾ ਹੈ। ਤਾਂ ਮਹਾਰਾਜ ਕਹਿੰਦੇ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੁਮਦ ਕੋ ਪ੍ਰਹਾਰ ਹੈ। ਤਮਾਮੁਲ ਰੁਜੂ ਹੈ। ਤਮਾਮ ਸਾਰੇ ਰੁਜੂ ਕਹਿੰਦੇ ਨੇ ਧਿਆਨ ਵਾਲਾ ਤਵੱਜੋ। ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਤਮਾਮੁਲ ਸਭ ਦਾ ਰੁਜੂ ਧਿਆਨ ਰੱਖਣ ਵਾਲੇ ਹੋ। ਆਪ ਜੀ ਦੇ ਧਿਆਨ ਦੇ ਵਿੱਚੋਂ ਕੋਈ ਵੀ ਬਾਹਰ ਨਹੀਂ। ਇਹ ਨਹੀਂ ਵੀ ਰੱਬ ਨੂੰ ਚੇਤਾ ਭੁੱਲ ਜਾਂਦਾ ਹੈ, ਵੀ ਮੇਰੀ ਵਾਰੀ ਪਤਾ ਨਹੀਂ ਕੀ ਹੁੰਦਾ, ਰੱਬ ਨੂੰ ਚੇਤਾ ਭੁੱਲ ਜਾਂਦਾ ਹੈ ਜਾਂ ਸਾਡੀ ਰੱਬ ਸੁਣਦਾ ਨਹੀਂ। ਤਾਂ ਇਸ ਤਰ੍ਹਾਂ ਨਹੀਂ, ਸਭ ਦਾ ਹੀ ਧਿਆਨ ਵਾਹਿਗੁਰੂ ਪਰਮੇਸ਼ਰ ਜੀ ਰੱਖਣ ਵਾਲੇ ਨੇ। ਜਾਂ ਰੁਜੂ ਕਹਿੰਦੇ ਅਧੀਨ ਨੂੰ। ਇਹ ਅਕਾਲ ਪੁਰਖ ਜੀ ਤਮਾਮੁਲ ਸਾਰੇ ਹੀ ਆਪ ਜੀ ਦੇ ਰੁਜੂ ਅਧੀਨ ਹਨ। ਕੋਈ ਵੀ ਆਪ ਜੀ ਤੋਂ ਬਾਹਰ ਨਹੀਂ। ਜਾਂ ਹੇ ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਰੁਜੂ ਕਹਿੰਦੇ ਹਾਜ਼ਰ ਨਾਜ਼ਰ ਨੂੰ ਹਾਜ਼ਰ। ਸਭ ਦਾ ਆਪਣਾ ਆਪ ਆਤਮਾ ਰੂਪ ਹੋਣ ਕਰਕੇ ਹਾਜ਼ਰ ਹੋ। ਹਰ ਸਰੀਰ ਦੇ ਵਿੱਚ ਬੈਠੇ ਹੋ। ਤਾਂ ਇਸ ਪ੍ਰਕਾਰ ਮਹਾਂਪੁਰਸ਼ ਅਰਜ਼ ਕਰਦੇ ਨੇ ਕਿ ਉਹ ਵਾਹਿਗੁਰੂ ਹਾਜ਼ਰ ਨਾਜ਼ਰ ਰਹਿੰਦਾ ਹੈ। ਹਮੇਸ਼ੁਲ ਸਲਾਮੈ। ਹਮੇਸ਼ੁਲ ਸਲਾਮੈ, ਹਮੇਸ਼, ਹਮੇਸ਼ਾ ਹੀ, ਸਦਾ ਹੀ। ਇਹਨਾਂ ਸ਼ਬਦਾਂ ਵਿੱਚ ਉਲ ਪ੍ਰਤੇ ਬਹੁਤ ਆਵੇਗਾ। ਹਮੇਸ਼ੁਲ ਤਮਾਮੁਲ ਉਲ ਪ੍ਰਤੇ ਹੋਇਆ ਹਮੇਸ਼ਾ ਹੀ, ਸਦਾ ਹੀ ਸਲਾਮੈ, ਸਲਾਮਤ ਰਹਿਣ ਵਾਲਾ। ਕਾਇਮ ਦਾਇਮ ਸਦਾ ਪਾਤਸ਼ਾਹੀ, ਜਿਹੜਾ ਮਰਦਾ ਨਹੀਂ ਹੈ, ਐਸਾ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਰਹਿਣ ਵਾਲਾ। ਜਾਂ ਸਲਾਮੈ ਮੈਨੇ ਪ੍ਰਣਾਮ ਨਮਸਕਾਰ। ਇਹ ਅਕਾਲ ਪੁਰਖ ਜੀ ਤੂੰ ਹਮੇਸ਼ੁਲ ਹਮੇਸ਼ਾ ਹੀ ਸਲਾਮਤ ਸਤ ਸਰੂਪ ਹੈ। ਇਹ ਅਕਾਲ ਪੁਰਖ ਜੀ ਆਪ ਜੀ ਨੂੰ ਹਮੇਸ਼ਾ ਹੀ ਸਲਾਮ, ਸਾਡੀ ਨਮਸਕਾਰ ਹੈ। ਹੱਥ ਜੋੜ ਕੇ ਆਪ ਜੀ ਨੂੰ ਨਮਸਕਾਰ ਕਰਦੇ ਹਾਂ। ਸਿਰ ਝੁਕਦਾ ਹੈ ਹਮੇਸ਼ਾ ਵਾਸਤੇ ਹੀ। ਸਲੀਖਤ ਮੁਦਾਮੈ। ਲੀਖ ਅਰਬੀ ਫਾਰਸੀ ਭਾਸ਼ਾ ਵਿੱਚ ਉਸ ਦਿਨ ਨੂੰ ਕਹਿੰਦੇ ਨੇ ਜਿਸ ਦਿਨ ਦੂਜ ਦਾ ਚੰਦਰਮਾ ਚੜ੍ਹੇ, ਉਹਨੂੰ ਸਲੀਖ ਕਹਿੰਦੇ ਹਨ। ਹੁਣ ਦੂਜ ਦਾ ਚੰਦਰਮਾ ਚੜ੍ਹਿਆ, ਪ੍ਰਗਟ ਹੋਇਆ, ਭਾਵ ਅਰਥ ਕੀ ਹੋ ਗਿਆ? ਪ੍ਰਗਟ। ਮੁਦਾਮ ਕਹਿ ਦਿੰਦੇ ਹਨ ਅਰਬੀ ਦੇ ਵਿੱਚ ਹਮੇਸ਼ਾ, ਨਿਤ, ਜਿਹੜਾ ਹਮੇਸ਼ਾ ਰਵੇ, ਨਿਤ ਰਵੇ। ਸਲੀਖ ਹੋ ਗਿਆ ਪ੍ਰਗਟ ਹੋਣਾ, ਮੁਦਾਮ ਹੋ ਗਿਆ ਹਮੇਸ਼ਾ ਨਿਤ। ਹੇ ਅਕਾਲ ਪੁਰਖ ਜੀ ਤੂੰ ਮੁਦਾਮੈ, ਹਮੇਸ਼ਾ ਹੀ ਸਲੀਖਤ ਪ੍ਰਗਟ ਸਰੂਪ ਹੈ। ਜਿਹੜੇ ਭਾਵਨਾ ਰੱਖਣ ਵਾਲੇ ਨੇ ਉਹਨਾਂ ਵਾਸਤੇ ਪ੍ਰਗਟ ਹੈ। ਹਾਂ, ਜਿਹੜੇ ਬਾਣੀ ਨਹੀਂ ਪੜ੍ਹਦੇ, ਸਿਮਰਨ ਨਹੀਂ ਕਰਦੇ, ਉਹ ਕਹਿੰਦੇ ਨਹੀਂ ਹੈ। ਪਰ ਵੇਦ ਕਤੇਵ ਸੰਸਾਰ ਹਬਾਹੂ ਬਾਹਰਾ, ਨਾਨਕ ਕਾ ਪਾਤ ਸਾਹੋ ਦਿਸੈ ਜਾਹਰਾ। ਆਪਣੇ ਪਿਆਰੇ ਭਗਤਾਂ ਵਾਸਤੇ ਪ੍ਰਤੱਖ ਹੈ, ਹਾਜ਼ਰ ਨਾਜ਼ਰ ਹੈ। ਉਹ ਵੱਖਰੀ ਗੱਲ ਹੈ ਕਿ ਜਿਨ੍ਹਾਂ ਦੀ ਸੁਰਤ ਮੈਲੀ ਹੋ ਜਾਂਦੀ ਹੈ, ਉਹ ਪਰਮਾਤਮਾ ਨੂੰ ਇੱਦਾਂ ਸਮਝਦੇ ਵੀ ਕੋਈ ਨਹੀਂ ਵੇਖਦਾ, ਕੋਈ ਨਹੀਂ ਸੁਣਦਾ, ਕਿਸੇ ਨੇ ਨਹੀਂ ਹਿਸਾਬ ਲੈਣਾ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਪਰ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਵਾਸਤੇ ਤੇ ਹਮੇਸ਼ਾ ਹੀ ਹਾਜ਼ਰ ਨਾਜ਼ਰ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਉਹਨਾਂ ਵਾਸਤੇ ਤਾਂ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਉਹਨਾਂ ਵਾਸਤੇ ਤਾਂ ਆਪਣੇ ਸੇਵਕ ਹੀ ਆਪੇ ਰਾਖੇ, ਆਪੇ ਨਾਮ ਜਪਾਵੇ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਗਟੀ ਹੋਏ ਦਿਖਾਵੈ। ਪਰ ਜਿਵੇਂ ਜਿਵੇਂ ਸੁਰਤ ਮੈਲੀ ਹੋਈ ਜਾਂਦੀ ਹੈ, ਉਵੇਂ ਉਵੇਂ ਫਿਰ ਮਹਾਰਾਜ ਜੀ ਤੋਂ ਬੇਮੁਖ ਹੋਈ ਜਾਈਦਾ ਹੈ। ਸਾਡੇ ਪੰਥ ਦੇ ਇੱਕ ਬੜੇ ਪ੍ਰਸਿੱਧ ਰਾਗੀ ਹੋਏ, ਰਾਗੀ ਭਾਈ ਹੀਰਾ ਸਿੰਘ ਜੀ। ਇਹਨਾਂ ਦੀ ਸਿਫਤ ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਲਿਖੀ। ਨਹੀਂ ਤੇ ਡਾਕਟਰ ਭਾਈ ਵੀਰ ਸਿੰਘ ਜੀ ਘੱਟ ਹੀ ਕਿਸੇ ਰਾਗੀ ਢਾਡੀ ਗੁਣੀ ਗਿਆਨੀ ਦੀ ਸਿਫਤ ਕਰਦੇ ਆ, ਕਿਉਂ ਉਹਨਾਂ ਨੂੰ ਪਤਾ ਸੀ ਵੀ ਇਹ ਬੋਲਣ ਵਾਲੇ ਨੇ, ਸੁਣਾਉਣ ਵਾਲੇ ਨੇ, ਆਪ ਇਹ ਬਾਣੀ ਨਹੀਂ ਪੜ੍ਹਦੇ, ਇਹ ਆਪ ਇਹ ਕੁਝ ਜਪਦੇ ਨੇ।
ਬੋਲਣਾ, ਲਿਖਣਾ ਤੇ ਗਾਉਣਾ, ਇਹ ਸਾਰੀਆਂ ਕਲਾ ਕਿਸੇ ਇੱਕ ਸੱਜਣ 'ਚ ਬਹੁਤ ਘੱਟ ਹੁੰਦੀਆਂ ਨੇ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਬਹੁਤ ਸੋਹਣਾ ਸੀ, ਪਰ ਬੋਲਣ 'ਚ ਨਹੀਂ ਏਡੀ ਉਹਨਾਂ ਦਾ ਕੋਈ ਜ਼ਿਆਦਾ ਮਿਹਨਤ ਸੀ ਜਾਂ ਜ਼ਿਆਦਾ ਪ੍ਰਕਾਂਡ ਸੀ। ਉਹ ਇੱਕ ਵਾਰੀ ਅਕਾਲ ਤਖਤ ਸਾਹਿਬ ਤੇ ਇਕੱਠ ਹੋਇਆ ਸੀ, ਤਾਂ ਉੱਥੇ ਉਹ 2 ਮਿੰਟ ਬੋਲੇ ਸਨ ਡਾਕਟਰ ਭਾਈ ਵੀਰ ਸਿੰਘ ਜੀ। ਲਿਖਣ 'ਚ ਤੇ ਉਹਨਾਂ ਵਰਗਾ ਕੋਈ ਲਿਖ ਹੀ ਨਹੀਂ ਸਕਦਾ, ਐਸਾ ਆਤਮ ਰਸ ਪੈਦਾ ਕਰਦੇ। ਤਾਂ ਉੱਥੇ ਉਹਨਾਂ ਨੇ ਗਿਆਨੀਆਂ ਢਾਡੀਆਂ ਪ੍ਰਚਾਰਕਾਂ ਨੂੰ ਆਖਿਆ ਸੀ ਹੱਥ ਕਰਕੇ ਵੀ ਆਹ ਜਿਹੜੇ ਸੰਤ ਸਾਧੂ ਨੇ ਇਹ ਤਾਂ ਕੁਝ ਨਾ ਕੁਝ ਕਰਦੇ, ਇਹਨਾਂ ਨੂੰ ਮੈਂ ਕੀ ਕਵਾਂ, ਇਹ ਤਾਂ ਕੁਝ ਨਾ ਕੁਝ ਕਰਦੇ ਹੀ ਆ। ਕੋਈ ਅਖੰਡ ਪਾਠ ਸਾਹਿਬ ਕਰਦਾ ਵਾ, ਕੋਈ ਸੁਖਮਨੀ ਸਾਹਿਬ ਕਰਦਾ ਵਾ, ਕੋਈ ਸਹਿਜ ਪਾਠ ਕਰਦਾ ਵਾ, ਕੋਈ ਸੇਵਾ ਕਰਦਾ, ਪਰ ਪ੍ਰਚਾਰਕਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਵੀ ਕੁਝ ਨਾ ਕੁਝ ਕਰਿਆ ਕਰੋ। ਭਾਵੇਂ ਇੱਕ ਪਾਠ ਹੀ ਜਪਜੀ ਸਾਹਿਬ ਦਾ ਕਰੋ, ਇੱਕ ਪਾਠ ਹੀ ਸੁਖਮਨੀ ਸਾਹਿਬ ਦਾ ਕਰੋ, ਨਹੀਂ ਤੇ ਸੁਰਤ ਮੈਲੀ ਹੋ ਜਾਂਦੀ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਰਾਗੀ ਭਾਈ ਹੀਰਾ ਸਿੰਘ ਜੀ, ਜਿਨ੍ਹਾਂ ਦਾ ਜੀਵਨ ਬੜਾ ਉੱਤਮ ਹੈ, ਜਿਨ੍ਹਾਂ ਉੱਤੇ ਇੰਨੀ ਕਿਰਪਾ ਸੀ ਮਹਾਰਾਜ ਦੀ ਕਿ ਹਰ ਦੀਵਾਨ ਤੋਂ ਬਾਅਦ ਹਰਮੰਦਰ ਸਾਹਿਬ ਸੇਵਾ ਵਿੱਚ ਆਉਣਾ, ਔਰ ਉੱਥੇ ਮੱਥਾ ਘਸਾ ਕੇ ਕਈ ਵਾਰੀ ਮੱਥੇ ਵਿੱਚੋਂ ਵੀ ਲਹੂ ਨਿਕਲ ਆਉਂਦਾ ਸੀ, ਤੇ ਮਹਾਰਾਜ ਅੱਗੇ ਅਰਦਾਸ ਕਰਨੀ ਕਿ ਮਹਾਰਾਜ ਇਹ ਜਿੰਨੀ ਕੀਰਤਨ ਦੀ ਵਡਿਆਈ ਇਹ ਆਪ ਜੀ ਦੀ ਹੈ, ਇਹ ਤੁਸੀਂ ਰੱਖੋ, ਕਿਉਂ ਇਹ ਤੁਹਾਡੀ ਆ, ਮੈਂ ਤੁਹਾਨੂੰ ਦੇਣ ਆਇਆ। ਸਮਾਗਮ ਤੋਂ ਬਾਅਦ ਹਰਮੰਦਰ ਸਾਹਿਬ ਚਲੇ ਜਾਣਾ। ਦੂਰ ਦੂਰ ਸਮਾਗਮ ਹੁੰਦੇ ਸੀ, ਐਬਟਾਬਾਦ ਇੱਧਰ ਬੜੀ ਦੂਰ ਦੂਰ ਇਲਾਕਿਆਂ 'ਚ। ਕਈ ਵਾਰੀ ਪਠਾਣਾਂ ਨੇ, ਮੁਸਲਮਾਨਾਂ ਨੇ ਰੋੜੇ ਮਾਰਨ ਖਲੋਤੇ ਹੋਣਾ ਕਿ ਸੰਗੀਤ ਦੀ ਵਰਤੋਂ ਕਰਦੇ, ਪਰ ਜਦੋਂ ਉਹਨਾਂ ਨੇ ਸ਼ਬਦ ਪੜ੍ਹਨਾ ਤਾਂ ਉਹੋ ਹੀ ਜਿਹੜੇ ਰੋੜੇ ਮਾਰਨ ਖਲੋਤੇ ਹੁੰਦੇ ਸੀ। ਪ੍ਰਤੱਖ ਕਰਾਮਾਤ। ਇੱਕ ਤਾਂ ਮਹਾਰਾਜ ਦੀ ਸੁਣੀ ਨਾ ਵੀ ਹਾਥੀ ਜੜ ਹੋ ਗਏ, ਮਹਾਰਾਜ ਨੂੰ ਰੋੜੇ ਮਾਰਨ ਲੱਗੇ ਸੀ। ਭਾਈ ਹੀਰਾ ਸਿੰਘ ਜੀ ਨੇ ਜਦੋਂ ਸ਼ਬਦ ਪੜ੍ਹਨਾ, ਉਹਨਾਂ ਹੀ ਪਠਾਣਾਂ ਨੇ ਜਿਨ੍ਹਾਂ ਰੋੜੇ ਫੜੇ ਹੁੰਦੇ ਸੀ, ਉਹਨਾਂ ਪੈਸੇ ਕੱਢ ਕੇ ਅੱਗੇ ਢੇਰ ਲਾ ਦੇਣੇ। ਐਸਾ ਰਸ ਸੀ ਉਹਨਾਂ ਦੇ ਕੀਰਤਨ ਦੇ ਵਿੱਚ। ਤਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰ ਤੇ ਹਰਿਮੰਦਰ ਸਾਹਿਬ ਜਾ ਕੇ ਮੱਥਾ ਘਸਾਉਣਾ ਤੇ ਆਖਣਾ ਇਹ ਵਡਿਆਈ ਤਾਂ ਆਪ ਜੀ ਦੀ ਹੈ, ਇਹ ਤੁਸੀਂ ਰੱਖੋ ਤੇ ਮੈਨੂੰ ਇਹਦੇ ਵੱਟੇ ਨਾਮ ਦਾ ਕਿਣਕਾ ਦਿਓ। ਇਹ ਉਹਨਾਂ ਦਾ ਪੱਕਾ ਨਿਯਮ ਸੀ ਹਰਿਮੰਦਰ ਸਾਹਿਬ ਦਾ। ਜਦੋਂ ਵੀ ਕਿਤੇ ਉਹਨਾਂ ਸਮਾਗਮ ਤੋਂ ਆਉਣਾ, ਸੇਵਾ ਕਰਨੀ, ਤਾਂ ਉਹ ਛੋਟੇ ਹੁੰਦੇ ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਸ਼੍ਰੀਮਾਨ ਸੇਵਾ ਪੰਥੀ ਮਹਾਪੁਰਸ਼ ਸੰਤ ਰਾਮ ਕ੍ਰਿਸ਼ਨ ਜੀ, ਉਹਨਾਂ ਨੇ ਬੜੀਆਂ ਅਸੀਸਾਂ ਦਿੱਤੀਆਂ, ਬੜੇ ਬਚਨ ਕੀਤੇ। ਤਾਂ ਉਹਨਾਂ ਮਹਾਂਪੁਰਖਾਂ ਦੀ ਅਸੀਸ ਪ੍ਰਾਪਤ ਹੋਈ। ਫਿਰ ਛੋਟੇ ਹੁੰਦੇ ਅੰਮ੍ਰਿਤਸਰ ਸਾਹਿਬ ਆ ਗਏ। ਫਿਰ ਕੁਝ ਚਿਰ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂ ਆਣੇ ਵਾਲਿਆਂ ਦੇ ਜਥੇ 'ਚ ਵੀ ਰਹੇ। ਔਰ ਫਿਰ ਡਾਕਟਰ ਭਾਈ ਵੀਰ ਸਿੰਘ ਜੀ ਦੀ ਜਿਹੜੀ ਪ੍ਰੈਸ ਸੀ, ਜਿੱਥੇ ਸਾਰਾ ਲਿਖਤ ਦਾ ਕੰਮ ਹੁੰਦਾ ਸੀ, ਉੱਥੇ ਵੀ ਕੰਮ ਸਿੱਖਦੇ ਰਹੇ। ਪਰ ਹਰ ਰੋਜ਼ ਸਵੇਰੇ 2:30 ਵਜੇ ਉੱਠ ਕੇ ਦਰਬਾਰ ਸਾਹਿਬ ਇਸ਼ਨਾਨ ਦੀ ਸੇਵਾ 'ਚ ਤੇ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਦੀਆਂ ਸੇਵਾ ਦੇ ਵਿੱਚ ਜਾਣਾ। ਹੁਣ ਡਾਕਟਰ ਭਾਈ ਵੀਰ ਸਿੰਘ ਜੀ ਵੀ ਅੰਮ੍ਰਿਤ ਵੇਲੇ 2:30-3 ਵਜੇ ਪਹੁੰਚ ਜਾਂਦੇ ਸੀ ਦਰਬਾਰ ਸਾਹਿਬ, ਪਰ ਉਹਨਾਂ ਦੀ ਪਛਾਣ ਨਹੀਂ ਸੀ ਹੁੰਦੀ ਕਿਸੇ ਨੂੰ। ਇਸ ਹਿਸਾਬ ਨਾਲ ਜਾਂਦੇ ਸੀ, ਉਹ ਪਛਾਣੇ ਨਹੀਂ ਸੀ ਜਾਂਦੇ, ਇਸ ਹਿਸਾਬ ਨਾਲ ਜਾਂਦੇ ਸੀ ਹਰਿਮੰਦਰ ਸਾਹਿਬ ਵੀ ਕੋਈ ਮੈਨੂੰ ਪਛਾਣੇ ਨਾ, ਮੇਰਾ ਸਤਿਕਾਰ ਨਾ ਕਰੇ, ਮੈਂ ਤਾਂ ਆਪ ਮਹਾਰਾਜ ਨੂੰ ਨਮਸਕਾਰ ਕਰਨ ਚੱਲਿਆ ਹਾਂ। ਉਹਨਾਂ ਵੇਖਿਆ ਵੀ ਇਹ ਭਜੰਗੀ ਹੀਰਾ ਸਿੰਘ ਬੜੀ ਸੇਵਾ ਕਰਦਾ ਹੈ ਤੇ ਫਿਰ ਆਣ ਕੇ ਪ੍ਰੈਸ 'ਚ ਵੀ ਕੰਮ ਸਿੱਖਦਾ ਹੈ। ਤਾਂ ਉਹਨਾਂ ਨੇ ਆਣ ਕੇ ਇਹਨਾਂ ਨੂੰ ਕੰਮ ਤੋਂ ਹਟਾਉਣਾ ਪ੍ਰੈਸ ਤੋਂ, ਤੇ 2-2.5 ਘੰਟੇ ਰੱਜ ਕੇ ਸਵਾਉਣਾ ਵੀ ਸੌਂ ਜਾ ਕੇ। ਹੁਣ ਭਾਈ ਹੀਰਾ ਸਿੰਘ ਜੀ ਨੂੰ ਪਤਾ ਸੀ ਵੀ ਡਾਕਟਰ ਭਾਈ ਵੀਰ ਸਿੰਘ ਜੀ ਬੜੇ ਚੰਗੇ ਨੇ, ਪਰ ਇਹ ਗੱਲ ਦੀ ਸਮਝ ਨਾ ਆਉਣੀ ਵੀ ਮੇਰੇ ਨਾਲ ਇੰਨਾ ਪ੍ਰੇਮ ਕਿਉਂ ਕਰਦੇ, ਕੰਮ ਵਿੱਚੇ ਛਡਾ ਕੇ ਕਹਿਣਾ ਜਾਂ 2-2.5 ਘੰਟੇ ਸੌਂ ਲਾ। ਭਾਈ ਹੀਰਾ ਸਿੰਘ ਜੀ ਨੂੰ ਨਹੀਂ ਸੀ ਪਤਾ ਵੀ ਜਦੋਂ ਸਵੇਰੇ ਮੈਂ ਸੇਵਾ ਕਰਨ ਜਾਂਦਾ ਵਾਂ ਤੜਕੇ 2:30 ਵਜੇ, ਉਦੋਂ ਡਾਕਟਰ ਭਾਈ ਵੀਰ ਸਿੰਘ ਜੀ ਵੀ ਉੱਥੇ ਹੀ ਹੁੰਦੇ। ਤਾਂ ਬੜੀ ਚੜ੍ਹਾਈ ਹੋਈ ਪੰਥ ਦੇ ਵਿੱਚ ਇਹਨਾਂ ਦੀ,
ਤਾਂ ਇੱਕ ਦਿਨ ਫਿਰ ਇਹਨਾਂ ਨੇ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਆਖਿਆ, ਮਹਾਰਾਜ ਮੇਰਾ ਜੀ ਨਹੀਂ ਕਰਦਾ ਹੁਣ ਕਥਾ ਕੀਰਤਨ ਕਰੀ ਦੇ, ਸਮਾਗਮ ਕਰੀ ਦੇ, ਕਈ ਵਾਰੀ ਪਾਠ ਕਰਨ ਨੂੰ ਜੀ ਨਹੀਂ ਕਰਦਾ। ਮਸਾਂ ਕੀਰਤਨ ਹੀ ਹੁੰਦੇ ਆ, ਸਮਾਗਮ ਹੀ ਹੁੰਦੇ ਆ, ਉਹ ਤਾਂ ਉਹੀ ਮਹਾ ਅਟੈਂਡ ਹੁੰਦੇ। ਤਾਂ ਸੰਤ ਭਾਈ ਡਾਕਟਰ ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਹੀਰਾ ਸਿੰਘ ਜੀ ਤੁਹਾਡੀ ਜਿਹੜੀ ਸੁਰਤ ਆ ਇਹ ਮੈਲੀ ਹੋਈ ਜਾਂਦੀ ਹੈ, ਜਦੋਂ ਪਾਠ ਕਰਨ ਨੂੰ ਨਾ ਜੀ ਕਰੇ ਤੇ ਸਮਝੋ ਸੁਰਤ ਮੈਲੀ ਹੋ ਗਈ। ਤੇ ਮੈਲੀ ਇਹ ਬਹੁਤ ਜ਼ਿਆਦੀ ਹੁੰਦੀ ਹੈ, ਗੁਰੂ ਕਿਰਪਾ ਕਰੇ ਤੇ ਸਾਫ ਹੁੰਦੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ। ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹੋ। ਇਸ ਕਰਕੇ ਤੁਸੀਂ ਕੋਈ ਵੀ ਸਮਾਗਮ ਕਰੋ, ਬਾਅਦ ਚ ਹਰਮੰਦਰ ਸਾਹਿਬ ਸੇਵਾ ਤੇ ਜ਼ਰੂਰ ਆਇਆ ਕਰੋ। ਔਰ ਉਹਨਾਂ ਹੋਰ ਵੀ ਬੜਾ ਸੋਹਣਾ ਆਖਿਆ ਵੀ ਕੀਰਤਨ ਸੰਗਤ ਨੂੰ ਸੁਣਾਉਂਦੇ ਹੋ, ਇੱਕ ਕੀਰਤਨ ਦਿਹਾੜੀ ਵਿੱਚ ਆਪਣੇ ਆਪ ਨੂੰ ਸੁਣਾਇਆ ਕਰੋ। ਹੁਣ ਡਾਕਟਰ ਭਾਈ ਵੀਰ ਸਿੰਘ ਜੀ ਬੜੇ ਉੱਚ ਕੋਟੀ ਦੇ ਮਹਾਂਪੁਰਸ਼ ਸਨ। ਉਹ ਕਹਿੰਦੇ, ਹੀਰਾ ਸਿੰਘ ਤੇਰੇ ਕੋਲੋਂ ਨਾ ਬੋ ਆਉਂਦੀ ਆ। ਹੁਣ ਭਾਈ ਹੀਰਾ ਸਿੰਘ ਜੀ ਨੇ ਸੈਂਟ ਸੁੰਟ ਪਾਏ, ਪੰਥ 'ਚ ਚੜ੍ਹਾਈ ਬੜੀ ਸੀ। ਜਿਵੇਂ ਅੱਜ ਕੱਲ੍ਹ ਸ਼੍ਰੀਮਾਨ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਉਹਨਾਂ ਨੂੰ ਖਿਤਾਬ ਦਿੱਤਾ ਪੰਥ ਦੇ ਸ਼੍ਰੋਮਣੀ ਰਾਗੀ। ਕਿੰਨੇ ਹੋਏ ਨੇ ਭਾਈ ਨਿਰਮਲ ਸਿੰਘ ਜੀ, ਕਿੰਨੇ ਕਿੰਨੇ ਰਾਗੀ ਜਿਨ੍ਹਾਂ ਦੀ ਕਿੰਨੀ ਚੜ੍ਹਾਈ। ਭਾਈ ਗੁਰਦੇਵ ਸਿੰਘ ਜੀ ਕੁਹਾੜਕਾ, ਕਿਹਦੇ ਨਾਂ ਲਵਾਂ, ਬਸ ਚੜ੍ਹਦੇ ਤੋਂ ਚੜ੍ਹਦਾ ਇੱਕ ਦੂ ਇੱਕ ਚੜ੍ਹੰਦੀ ਆ, ਕੌਣ ਜਾਣੇ ਮੇਰਾ ਨਾਮ ਜੀ। ਕਿਹਦੇ ਨਾਂ ਲਈਏ, ਏਡੇ ਰਾਗੀ। ਭਾਈ ਹੀਰਾ ਸਿੰਘ ਜੀ ਕਹਿੰਦੇ, ਕਿਉਂ? ਮੈਂ ਤਾਂ ਬੜਾ ਨਹਾ ਧੋ ਕੇ ਕੱਪੜੇ ਪਾਏ ਨੇ, ਸੈਂਟ ਵੀ ਲਾ ਲਈਦਾ ਹੈ, ਸੰਗਤ ਦੇ ਦਿੰਦੀ ਹੈ। ਤਾਂ ਕਹਿੰਦੇ ਤੇਰੀ ਸੁਰਤ ਮੈਲੀ ਹੋਈ ਜਾਂਦੀ। ਉਹਨਾਂ ਨੂੰ ਤਰੀਕਾ ਬੜਾ ਸੀ ਡਾਕਟਰ ਭਾਈ ਵੀਰ ਸਿੰਘ ਜੀ। ਉਹ ਫਿਰ ਹੱਸ ਕੇ ਕਹਿਣ ਲੱਗੇ ਡਾਕਟਰ ਭਾਈ ਵੀਰ ਸਿੰਘ ਜੀ ਵੀ ਜੇ ਤੇਰਾ ਕੀਰਤਨ ਸੁਣ ਕੇ ਹੀਰਾ ਸਿੰਘ ਜੀ 10,000 ਸੰਗਤ 2-2 ਅਥਰੂ ਵਿਹਾਏ ਤਾਂ ਕਿੰਨੇ ਬਣੇ? 20,000। ਤੇ ਤੈਨੂੰ ਕਹਿੰਦੇ 40,000 ਵਹਾਉਣੇ ਪੈਣੇ ਨੇ ਜੇ ਸੁਰਤ ਸਾਫ ਰੱਖਣੀ। ਇੱਕ ਕੀਰਤਨ ਕਹਿੰਦੇ ਆਪਣੇ ਆਪ ਨੂੰ ਸੁਣਾਇਆ ਕਰ। ਫਿਰ ਉਹ ਐਬਟਾਬਾਦ ਗਏ। ਐਬਟਾਬਾਦ ਫਿਰ ਉਹਨਾਂ ਕੀਰਤਨ ਕਰਨ ਤੋਂ ਪਹਿਲਾਂ ਜਿਹੜਾ ਅੰਮ੍ਰਿਤ ਵੇਲੇ ਕੀਰਤਨ ਹੋਣਾ ਨਾ, ਉਹ ਇਕੱਲਿਆਂ ਬਹਿ ਕੇ ਕਰਨਾ। ਫਿਰ ਜਾਂ ਫਿਰ ਮਹਾਰਾਜ ਦੀ ਹਜ਼ੂਰੀ 'ਚ ਇਕੱਲਾ ਮਹਾਰਾਜ ਨੂੰ ਉਹਨਾਂ ਸੁਣਾਉਣਾ, ਕੋਈ ਸੰਗਤ ਨਾ ਹੋਣੀ। ਤਾਂ ਇਸ ਪ੍ਰਕਾਰ ਤਾਂ ਜਦੋਂ ਸਾਡੀ ਸੁਰਤ ਮੈਲੀ ਤਾਂ ਡਾਕਟਰ ਭਾਈ ਹੀਰਾ ਸਿੰਘ ਜੀ ਤਾਂ ਫਿਰ ਇਹੋ ਜੀ ਮਹਾਰਾਜ ਨੇ ਉਹਨਾਂ ਤੇ ਕਿਰਪਾ ਕੀਤੀ ਕਿ ਜਿਹੜੀ ਕਹਿਣ ਕਥਨ ਤੋਂ ਬਾਹਰੇ ਹੈ। ਤੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਉਹਨਾਂ ਦੀ ਸਿਫਤ ਲਿਖੀ। ਰਾਗੀ ਹੁੰਦਿਆਂ ਹੀ ਏਡਾ ਉੱਚਾ ਸੁੱਚਾ ਜੀਵਨ ਤੇ ਇੰਨੀ ਕਮਾਈ ਵਾਲੇ ਤੇ ਇੰਨੀ ਪੰਥ ਵਿੱਚ ਚੜ੍ਹਾਈ, ਕੋਈ ਕਹਿਣ ਦੀ ਗੱਲ ਨਹੀਂ। ਤਾਂ ਜਦੋਂ ਸਾਡੀ ਸੁਰਤ ਮੈਲੀ ਹੁੰਦੀ ਆ ਤਾਂ ਫਿਰ ਸਾਨੂੰ ਰੱਬ ਤੇ ਰੱਬ ਦੀਆਂ ਗੱਲਾਂ ਬਹੁਤੀਆਂ ਚੰਗੀਆਂ ਲੱਗਣੋਂ ਹਟ ਜਾਂਦੀਆਂ ਨੇ। ਉੱਥੋਂ ਪਤਾ ਲੱਗਦਾ ਕਿ ਵੀ ਲਿਵ ਛੁੜਕੀ, ਲਿਵ ਟੁੱਟ ਗਈ ਆ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਪਰ ਜਿਨ੍ਹਾਂ ਦੀ ਸੁਰਤ ਸਾਫ਼ ਰਹਿੰਦੀ ਹੈ, ਕਿਉਂ ਜਦੋਂ ਸੰਗਤ 'ਚ ਕੀਰਤਨ ਹੁੰਦਾ ਤਾਂ ਕੀਰਤਨ ਆਪਣੀ ਕਮਾਈ ਸੰਗਤ ਨੂੰ ਦੇ ਕੇ ਉਹਨਾਂ 'ਚ ਤਾਂ ਪ੍ਰੇਮ ਰਸ ਪੈਦਾ ਹੁੰਦਾ। ਪਰ ਜਦੋਂ ਜਿਹੜਾ ਸੰਗਤ ਦਾ ਭਾਰ ਆ ਉਹ ਜਦੋਂ ਚੁੱਕ ਕੇ ਲਿਆਈਦਾ ਤਾਂ ਉਹ ਫਿਰ ਸੁਰਤ ਜਿਹੜੀ ਮੈਲੀ ਕਰ ਦਿੰਦਾ ਹੈ। ਤਾਂ ਉਹ ਤੋਂ ਵੱਧ ਕਿਸੇ ਦੀ ਕਮਾਈ ਹੋਵੇ ਤੇ ਫਿਰ ਮਹਾਰਾਜ ਦੀ ਕਿਰਪਾ ਹੁੰਦੀ। ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਫਿਰ ਹਾਜ਼ਰ ਨਾਜ਼ਰ ਹੀ ਦਿਖਦਾ ਹੈ। ਉਹਨਾਂ ਨੂੰ ਹਰ ਜਗ੍ਹਾ ਤੇ ਹੀ ਹਾਜ਼ਰ ਨਾਜ਼ਰ ਦਿਖਦਾ। ਵੇਦ ਕਤੇਬ ਸੰਸਾਰ ਹੱਬਾਹੂ ਬਾਹਰਾ, ਨਾਨਕ ਕਾ ਪਾਤ ਸਾਹੋ ਦਿਸੈ ਜਾਹਰਾ। ਤਾਂ ਮਹਾਰਾਜ ਫਰਮਾਉਂਦੇ ਨੇ ਕਿ ਹੇ ਅਕਾਲ ਪੁਰਖ ਜੀ, ਆਪ ਮੁਦਾਮ ਹਮੇਸ਼ਾ ਹੀ ਸਲੀਖਤ ਭਗਤਾਂ ਨੂੰ ਸੰਤਾਂ ਨੂੰ ਪ੍ਰਤੱਖ ਪ੍ਰਗਟ ਹੀ ਦਿਖਦੇ ਹੋ, ਦਰਸ਼ਨ ਹੁੰਦੇ ਹਨ। ਗਨੀਮੁਲ ਸਕਸਤੈ, ਗਨੀਮੁਲ ਸਿਕਸਤੈ, ਗਨੀਮ ਉਲ ਹੈ ਪ੍ਰਤੈ, ਗਨੀਮ ਉਲ ਹੈ ਪ੍ਰਤੈ। ਗਨੀਮ ਮੈਨੇ ਅਰਬੀ ਦੇ ਵਿੱਚ ਲਟੇਰਾ, ਡਾਕੂ। ਭਾਵ ਅਰਥ ਕੀ ਹੋਇਆ? ਹੰਕਾਰੀ ਬੰਦੇ।
शिकस्ते मैंने शिकंदा है तोड़ना। हे अकाल पुरख सच्चे पातशाह जी, आप ਗਨੀਮੁਲ ਹੰਕਾਰੀਆਂ ਦੇ ਹੰਕਾਰ ਨੂੰ ਸ਼ਿਕਸਤੇ ਭੰਨ ਦੇਣ ਵਾਲੇ ਹੋ, ਤੋੜ ਦੇਣ ਵਾਲੇ ਹੋ। ਆਪ ਨੂੰ ਹੰਕਾਰ ਨਹੀਂ ਪਾਉਂਦਾ। ਦੀਨ ਕਾ ਦਇਆਲ ਮਾਧੋ ਗਰਭ ਪ੍ਰਹਾਰੀ, ਚਰਨ ਸਰਨ ਨਾਮਾ ਬਲ ਤਿਹਾਰੀ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਤਾਂ ਹੰਕਾਰੀਆਂ ਦੇ ਹੰਕਾਰ ਨੂੰ ਸ਼ਿਕਸਤੇ ਭੰਨਣ ਵਾਲੇ ਹੋ। ਗਰੀਬੁਲ ਪ੍ਰਸਤੈ ਗਰੀਬ ਉਲ, ਗਰੀਬ ਉਲ ਤਾਂ ਗਰੀਬ ਨਿਮਰਤਾਵਾਨ, ਉਲ ਪ੍ਰਤੈ ਹੋ ਗਿਆ। ਪ੍ਰਸਤੈ, ਪ੍ਰਸਤੈ ਫਾਰਸੀ ਚ ਪ੍ਰਸਤ ਪਾਲਣ ਕਰਨ ਵਾਲਾ। ਗਰੀਬਾਂ ਨੂੰ, ਨਿਮਰਤਾ ਵਾਲਿਆਂ ਨੂੰ, ਆਸਮਰੱਥਾ ਵਾਲਿਆਂ ਨੂੰ, ਨਿਰਧਨਾਂ ਨੂੰ हे ਸੱਚੇ ਪਾਤਸ਼ਾਹ ਜੀ, ਆਪ ਪਾਲਣ ਵਾਲੇ ਹੋ। ਬਿਲੰਦਲ ਮਕਾਨੈ ਬਿਲੰਦ ਉੱਚਾ ਵੱਡਾ ਹੋ ਗਿਆ, ਸ਼ਾਨਦਾਰ, ਜਿਹੜਾ ਸਭ ਤੋਂ ਉੱਚਾ ਬੁਲੰਦ, ਮਕਾਨ ਵਾਲੇ ਹੋ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸ਼ਾਲਾ। हे ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਉੱਚੀਆਂ ਮਹਿਲਾਂ ਵਾਲੇ ਹੋ, ਉੱਚੇ ਸੱਚਖੰਡ ਵਾਲੇ ਹੋ। ਜਾਂ ਸਰੀਰ ਦੇ ਵਿੱਚ ਸਭ ਤੋਂ ਉੱਚਾ ਕੀ ਆ? ਦਸਮ ਦੁਆਰ। हे ਅਕਾਲ ਪੁਰਖ ਜੀ, ਆਪ ਦਸਮ ਦੁਆਰ ਰੂਪ ਉੱਚੇ ਮਕਾਨ ਵਾਲੇ ਹੋ। ਜ਼ਮੀਨੁਲ ਜਮਾਨੈ ਜ਼ਮੀਨ ਉਲ ਪ੍ਰਤੈ ਹੋ ਗਿਆ, ਜ਼ਮੀਨੁਲ ਜ਼ਮਾਨੈ ਤਾਂ ਜ਼ਮੀਨ ਧਰਤੀ। ਜ਼ਮਾਨੇ ਅਰਬੀ ਵਿੱਚ ਜ਼ਮਾ ਮੈਨੇ ਅਸਮਾਨ, ਆਕਾਸ਼। हे ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਜਿੱਥੇ ਆਪ ਜ਼ਮੀਨ ਦੇ ਵਿੱਚ ਪਰਿਪੂਰਨ ਹੋ, ਉੱਥੇ ਆਪ ਅਸਮਾਨ ਦੇ ਵਿੱਚ ਵੀ ਪਰਿਪੂਰਨ ਹੋ। ਹਰ ਜਗ੍ਹਾ ਤੇ ਸੱਚੇ ਪਾਤਸ਼ਾਹ ਆਪ ਹੀ ਬੈਠੇ ਹੋਏ ਹੋ। ਇਹ ਪਾਵਨ ਪਵਿੱਤਰ ਵਿਚਾਰ ਸ੍ਰੀ ਜਾਪ ਸਾਹਿਬ ਜੀ ਦੀ ਆਪ ਸੰਗਤਾਂ ਨੇ ਕਿਰਪਾ ਕਰਕੇ ਕਰਵਾਈ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸਬਤ ਬਖਸ਼ਣੀ ਜੀ। ਆਓ ਹੁਣ ਕਥਾ ਵਿਚਾਰ ਦੀ ਸਮਾਪਤੀ ਕਰੀਏ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਗਨੀਮੁਲ ਸਿਕਸਤੈ ਗਰੀਬੁਲ ਪ੍ਰਸਤੈ, ਬਿਲੰਦੁਲ ਮਕਾਨੈ ਜ਼ਮੀਨੁਲ ਜਮਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।